ਅੱਜ ਆਪਾਂ ਪੌੜੀ ਨੰਬਰ 9 ਸ਼ੁਰੂ ਕਰਾਂਗੇ 9th ਪੌੜੀ। ਤੇ ਜਿੰਨਾ ਹੋ ਸਕੇਗਾ ਉਹ ਕਰ ਲਾਂਗੇ, ਬਾਕੀ ਅਗਲੀ ਕਲਾਸ ਵਿੱਚ ਕਰਾਂਗੇ। ਬਿਲਕੁਲ। ਤੇ ਪਹਿਲਾਂ ਆਪਾਂ ਸਮਝਦੇ ਹਾਂ ਕਿ ਅਸੀਂ ਪੌੜੀ ਨੰਬਰ 8 ਵਿੱਚ ਇਹ ਗੱਲ ਸਮਝ ਲਈ ਸੀ ਕਿ ਜਿਹੜਾ ਵੀ ਮਨੁੱਖ ਦੁਨੀਆ ਵਿੱਚ ਆ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕਰਦਾ, ਲੇਕਿਨ ਹੋਰ ਧਾਰਮਿਕ ਕਰਮ ਕਰਦਾ ਰਹਿੰਦਾ ਹੈ। ਜਿਵੇਂ ਗੁਰੂ ਸਾਹਿਬ ਨੇ ਉਦਾਹਰਨ ਦਿੱਤੀ ਸੀ ਕਿ ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ, ਲੱਖ ਤਪ ਉਪਰ ਤੀਰਥਾਂ ਸਹਿਜ ਜੋਗ ਬੇਬਾਨ, ਲੱਖ ਸੂਰਤਨ ਸੰਗਰਾਮ ਰਨ ਮੈਂ ਛੁਟੈ ਪ੍ਰਾਨ, ਲੱਖ ਸੁਰਤੀ ਲਖ ਗਿਆਨ ਧਿਆਨ ਪੜ੍ਹੀਐ ਪਾਠ ਪੁਰਾਨ, ਜਿਨ ਕਰਤੈ ਕਰਨਾ ਕੀਆ ਲਿਖਿਆ ਆਵਣ ਜਾਨ, ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਵੀ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਬਾਕੀ ਸਾਰੇ ਦੱਸੇ ਜਾਂਦੇ ਧਾਰਮਿਕ ਕਰਮ ਉਹ ਸਿਰਫ ਜ਼ੀਰੋ ਦੀ ਤਰ੍ਹਾਂ ਹਨ, ਉਹਨਾਂ ਦੀ ਕੋਈ ਵੈਲਿਊ ਨਹੀਂ ਜੇ ਅਸੀਂ ਨਾਮ ਸਿਮਰਨ ਨਹੀਂ ਕਰਦੇ ਪਰਮਾਤਮਾ ਦੇ ਦਰ ਤੇ। ਦੁਨਿਆਵੀ ਤੌਰ ਤੇ ਸਮਾਜਿਕ ਤੌਰ ਤੇ ਉਹਨਾਂ ਦਾ ਲਾਭ ਹੈ, ਕਿਉਂਕਿ ਗੁਰੂ ਜੀ ਨੇ ਗੱਲ ਆਖੀ ਹੈ ਕਿ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ। ਸੰਸਾਰ ਵਿੱਚ ਸੰਸਾਰ ਦੇ ਜਾਂ ਸਮਾਜ ਦੇ ਲੋਕਾਂ ਨੂੰ ਉਹ ਨੇਕੀਆਂ ਚੰਗਿਆਈਆਂ ਪ੍ਰਵਾਨ ਹੁੰਦੀਆਂ ਨੇ, ਪਰ ਉਹ ਨੇਕੀਆਂ ਤੇ ਚੰਗਿਆਈਆਂ ਜੇ ਪ੍ਰਭੂ ਦਾ ਨਾਮ ਸਿਮਰਨ ਉਹ ਮਨੁੱਖ ਨਹੀਂ ਕਰਦਾ ਤੇ ਉਹ ਨੇਕੀਆਂ ਤੇ ਚੰਗਿਆਈਆਂ ਸਮਾਜ ਤੱਕ ਹੀ ਸੀਮਤ ਰਹਿ ਜਾਂਦੀਆਂ ਨੇ, ਵਾਹਿਗੁਰੂ ਜੀ ਦੇ ਦਰ ਤੇ ਉਹ ਮਨੁੱਖ ਪ੍ਰਵਾਨ ਨਹੀਂ ਹੁੰਦਾ। ਸੋ ਇਸ ਲਈ ਉਹਨਾਂ ਨੇ ਆਖਿਆ ਸੀ ਕਿ ਜਿਹੜਾ ਮਨੁੱਖ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਉਹ ਦੁਨੀਆ ਵਿੱਚ ਹੀ ਕਿਉਂ ਆਇਆ, ਭਾਵ ਉਹਦੇ ਦੁਨੀਆ ਵਿੱਚ ਆਉਣ ਦਾ ਕੀ ਲਾਭ ਹੋਇਆ, ਭਾਵ ਕੋਈ ਲਾਭ ਨਾ ਹੋਇਆ। ਸੰਸਾਰ ਵਿੱਚ ਮਨੁੱਖ ਦੇ ਆਉਣ ਦਾ ਲਾਭ ਤਾਂ ਹੀ ਹੈ ਜੇ ਉਹ ਆਪਣੇ ਜੀਵਨ ਦੇ ਮਨੋਰਥ ਨੂੰ ਸਮਝਦਾ ਹੈ ਤੇ ਉਹਦੇ ਲਈ ਉਹ ਯਤਨਸ਼ੀਲ ਹੁੰਦਾ ਹੈ, ਉਹਦੇ ਲਈ ਕੰਮ ਕਰਦਾ ਹੈ ਤੇ ਉਸ ਪਾਸੇ ਨੂੰ ਅੱਗੇ ਵੱਧਦਾ ਹੈ। ਜੇ ਆਪਣੇ ਮਨੋਰਥ ਵੱਲ ਨਹੀਂ ਜਾ ਰਿਹਾ ਤੇ ਹੋਰ ਚੀਜ਼ਾਂ ਕਰੀ ਜਾ ਰਿਹਾ ਤੇ ਜੇ ਮਨੋਰਥ ਪਿੱਛੇ ਰਹਿ ਗਿਆ ਤੇ ਫਿਰ ਬਾਕੀ ਚੀਜ਼ਾਂ ਦਾ ਕਿੰਨਾ ਕੁ ਲਾਭ ਹੈ ਇਹ ਅਸੀਂ ਸਮਝ ਸਕਦੇ ਹਾਂ। ਸੋ ਅੱਜ ਦੀ ਪੌੜੀ ਨੰਬਰ 9 ਵਿੱਚ ਗੁਰੂ ਨਾਨਕ ਦੇਵ ਸਾਹਿਬ ਪਹਿਲੇ ਸ਼ਲੋਕ ਵਿੱਚ ਸ਼ੁਰੂ ਕਰਦੇ ਨੇ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਐ ਹੈ ਸਾਥ। ਤੇ ਪੌੜੀ ਨੰਬਰ 8 ਵਿੱਚ ਜਿਹੜਾ ਦੂਸਰਾ ਸ਼ਲੋਕ ਸੀ ਉਹਦੇ ਵਿੱਚ ਉਹਨਾਂ ਨੇ ਆਖਿਆ, ਲੱਖ ਸੁਰਤੀ ਲਖ ਗਿਆਨ ਧਿਆਨ ਪੜ੍ਹੀਐ ਪਾਠ ਪੁਰਾਨ। ਜੇ ਕੋਈ ਮਨੁੱਖ ਲੱਖਾਂ ਪਾਠ ਪਿਆ ਪੜ੍ਹੇ ਪੁਰਾਣਾ ਆਦਿਕ ਦੇ ਜਾਂ ਧਾਰਮਿਕ ਗ੍ਰੰਥਾਂ ਦੇ, ਲੱਖਾਂ ਉਹ ਗਿਆਨ ਧਿਆਨ ਪਿਆ ਘੋਟੇ, ਉਹਦਾ ਕੋਈ ਬਹੁਤਾ ਲਾਭ ਨਹੀਂ ਹੁੰਦਾ। ਸੋ ਅੱਜ ਦੇ ਇਹਨਾਂ 2 ਸ਼ਲੋਕਾਂ ਦੇ ਵਿੱਚ ਗੁਰੂ ਸਾਹਿਬ ਨੇ ਗੱਲ ਕੇਵਲ ਪੜ੍ਹਨ ਦੀ ਕਰਨੀ ਹੈ ਤੇ ਅਸੀਂ ਇਸ ਗੱਲ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਗੁਰਮਤਿ ਵਿੱਚ ਜਾਂ ਗੁਰੂ ਨਾਨਕ ਸਾਹਿਬ ਦੀ ਮੱਤ ਮੁਤਾਬਕ ਕੇਵਲ ਪੜ੍ਹਨਾ, ਉਹਦੇ ਉੱਤੇ ਅਮਲ ਨਾ ਕਰਨਾ ਮਾਇਨੇ ਨਹੀਂ ਰੱਖਦਾ। ਪੜ੍ਹਨਾ ਤੇ ਉਹਦੇ ਉੱਤੇ ਅਮਲ ਨਾ ਕਰਨਾ ਕੋਈ ਅਰਥ ਨਹੀਂ ਰੱਖਦਾ। ਪੜ੍ਹ ਕੇ ਉਹਦੇ ਉੱਤੇ ਅਮਲ ਕਰਨਾ, ਉਸ ਨੂੰ ਵਿਚਾਰਨਾ, ਉਸ ਨੂੰ ਸਮਝ ਕੇ ਜ਼ਿੰਦਗੀ ਵਿੱਚ ਅਪਣਾਉਣ ਤੋਂ ਗੁਰੂ ਨਾਨਕ ਸਾਹਿਬ ਪੜ੍ਹਨ ਨੂੰ ਮਨਾ ਨਹੀਂ ਕਰਦੇ। ਗੁਰੂ ਨਾਨਕ ਸਾਹਿਬ ਦਾ ਬਚਨ ਹੈ ਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਜੇ ਤੁਸੀਂ ਪਰ ਉਪਕਾਰ ਕਰਦੇ ਹੋ, ਲੋਕ ਭਲਾਈ ਦੇ ਕੰਮ ਕਰਦੇ ਹੋ, ਸੇਵਾ ਕਰਦੇ ਹੋ, ਸਿਮਰਨ ਕਰਦੇ ਹੋ ਤੇ ਤੁਹਾਡੀ ਵਿਚਾਰੀ ਹੋਈ ਵਿਦਿਆ ਸਕਾਰਥਾ ਹੈ। ਜੇਕਰ ਤੁਸੀਂ ਕੋਈ ਚੰਗਾ ਕਰਮ ਹੀ ਨਹੀਂ ਜ਼ਿੰਦਗੀ ਵਿੱਚ ਕਰ ਪਾਏ ਤੇ ਫਿਰ ਵਿਦਿਆ ਦਾ ਵੀ ਤੁਹਾਨੂੰ ਪੜ੍ਹੀ ਹੋਈ ਦਾ ਕੋਈ ਬਹੁਤਾ ਲਾਭ ਜਿਹੜਾ ਉਹ ਨਹੀਂ ਹੁੰਦਾ। ਤੁਸੀਂ ਸਿਰਫ ਸਵਾਰਥ ਲਈ ਉਹਨੂੰ ਇਸਤੇਮਾਲ ਕਰਦੇ ਹੋ। ਤੇ ਸਵਾਰਥ ਲਈ ਗੁਰੂ ਨਾਨਕ ਸਾਹਿਬ ਦੀ ਮੱਤ ਜਿਹੜੀ ਹੈ ਉਹ ਇਹ ਆ ਕਿ ਤੈਨੂੰ ਸਵਾਰਥ ਦੇ ਨਾਲ ਨਾਲ ਪਰ ਸਵਾਰਥ ਲਈ ਵੀ ਸੋਚਣਾ ਚਾਹੀਦਾ ਹੈ, ਪਰਉਪਕਾਰ ਲਈ ਵੀ ਸੋਚਣਾ ਚਾਹੀਦਾ ਹੈ। ਸੋ ਵਿਦਿਆ ਨੂੰ ਵਿਚਾਰਨ ਦਾ ਮਤਲਬ ਹੈ ਕਿ ਅਸੀਂ ਵਿਦਿਆ ਤੋਂ ਸੇਧ ਲੈ ਕੇ ਤੇ ਉਹਦੇ ਮੁਤਾਬਕ ਆਪਣਾ ਜੀਵਨ ਜੀਵੀਏ। ਲੇਕਿਨ ਪੜ੍ਹ ਪੜ੍ਹ ਗੱਡੀ ਲੱਦੀ ਐ, ਪੜ੍ਹ ਪੜ੍ਹ ਭਰੀਐ ਸਾਥ,
ਹਿੰਦੁਸਤਾਨ ਦੇ ਅੰਦਰ ਇੱਕ ਵਕਤ ਸੀ ਜਦੋਂ ਵਿਦਵਾਨ ਲੋਕ ਜਿਹੜੇ, ਕਿਉਂਕਿ ਪੁਰਾਣੇ ਸਮੇਂ 'ਚ ਪੜ੍ਹੇ ਲਿਖੇ ਬਹੁਤ ਘੱਟ ਹੁੰਦੇ ਸਨ, ਘੱਟ ਹੁੰਦੇ ਸੀ। ਹਾਂਜੀ, ਪੂਰੇ ਇਲਾਕੇ ਵਿੱਚ ਤੁਹਾਨੂੰ ਇੱਕ ਦੋ ਬੰਦੇ ਪੜ੍ਹੇ ਲਿਖੇ ਲੱਭਦੇ ਸਨ। ਲੋਕ ਚਿੱਠੀ ਪੱਤਰ ਵੀ ਉਹਨਾਂ ਤੋਂ ਪੜ੍ਹਾਉਣ ਜਾਇਆ ਕਰਦੇ ਸਨ, ਜਾਂ ਉਹਨਾਂ ਨੂੰ ਘਰਾਂ ਵਿੱਚ ਸੱਦ ਕੇ ਕੋਈ ਕੰਮ ਧੰਦਾ ਕਰਾਉਣਾ, ਲਿਖਣ ਪੜ੍ਹਨ ਦਾ, ਤੇ ਇਸ ਤਰ੍ਹਾਂ ਹੁੰਦਾ ਸੀ। ਤੇ ਜਿਹੜੇ ਵਿਦਵਾਨ ਲੋਕ ਸਨ ਉਹ ਜ਼ਿਆਦਾਤਰ ਪੰਡਿਤ ਸਨ ਪੁਰਾਣੇ ਸਮੇਂ ਵਿੱਚ, ਬ੍ਰਾਹਮਣ ਪੰਡਿਤ। ਤੇ ਉਹ ਪੰਡਿਤ ਜਿਵੇਂ ਇੱਕ ਤਰ੍ਹਾਂ ਨਾਲ ਰਿਵਾਜ ਬਣ ਚੁੱਕਾ ਸੀ ਕਿ ਜਦੋਂ ਦੋ ਪੰਡਿਤ ਲੋਕ ਇਕੱਠੇ ਹੁੰਦੇ ਤੇ ਉਹਨਾਂ ਨੇ ਆਪਣੇ ਆਪਣੇ ਮਤ ਨੂੰ ਲੋਕਾਂ ਦੇ ਸਾਹਮਣੇ ਰੱਖਣਾ ਤੇ ਉਹਦੇ ਉੱਤੇ ਵਿਚਾਰ ਵਟਾਂਦਰਾ ਕਰਨਾ ਜਾਂ ਬਹਿਸ ਕਰਨੀ। ਸੋ ਇਸ ਤਰ੍ਹਾਂ ਦਾ ਇੱਕ ਰਿਵਾਜ ਸੀ। ਲੋਕ ਵੱਡੀ ਗਿਣਤੀ 'ਚ ਪਿੰਡ ਦਾ ਪਿੰਡ ਇਕੱਠਾ ਹੋ ਜਾਂਦਾ ਤੇ ਦੋ ਵਿਦਵਾਨ ਆਪਸ ਵਿੱਚ ਗੱਲਬਾਤ ਕਰਦੇ ਤੇ ਉਹ ਫਿਰ ਉੱਤੇ ਡਿਸਕਸ ਕਰਦੇ ਤੇ ਉਹਦੇ ਉੱਤੇ ਸਹਿਮਤ ਹੁੰਦੇ ਜਾਂ ਅਸਹਿਮਤ ਹੁੰਦੇ। ਇਸ ਢੰਗ ਨਾਲ ਉਹ ਆਪਣਾ ਉਹ ਸਾਰਾ ਕੰਮ ਕਰਦੇ। ਤੇ ਕਈ ਵਾਰੀ ਉਹ ਲੋਕ ਇੱਕ ਸ਼ਰਤ ਰੱਖਿਆ ਕਰਦੇ ਸਨ ਕਿ ਜਿਹੜਾ ਬੰਦਾ ਇਸ ਡਿਸਕਸ਼ਨ ਵਿੱਚ, ਇਸ ਬਹਿਸ ਵਿੱਚ ਹਾਰ ਜਾਏਗਾ, ਉਸ ਦੇ ਸਾਰੇ ਗ੍ਰੰਥ ਜਿਹੜਾ ਬੰਦਾ ਜਿੱਤ ਗਿਆ ਉਹ ਲੈ ਲਵੇਗਾ। ਉਹ ਲੈ ਲੇਗਾ। ਹਾਂਜੀ। ਸੋ ਇਸ ਤਰ੍ਹਾਂ ਵੀ ਉਹ ਕਰਦੇ ਰਹੇ ਤੇ ਇਸ ਤਰ੍ਹਾਂ ਕਈ ਇਸ ਤਰ੍ਹਾਂ ਦੇ ਵਿਦਵਾਨ ਹੋ ਗੁਜ਼ਰੇ ਕਿ ਉਹਨਾਂ ਨੇ ਲੋਕਾਂ ਨੂੰ, ਵਿਦਵਾਨਾਂ ਨੂੰ ਹਰਾ ਕੇ ਬਹਿਸ ਵਿੱਚ ਉਹਨਾਂ ਦੇ ਗ੍ਰੰਥ ਲੈ ਕੇ ਤੇ ਵੱਡੀਆਂ ਵੱਡੀਆਂ ਗੱਡੀਆਂ ਭਰ ਲਈਆਂ। ਐਸ ਪਿੰਡ ਆਏ, ਇੱਥੋਂ ਦੇ ਬੰਦੇ ਨੂੰ ਹਰਾਇਆ ਤੇ ਉਹਦੇ ਗ੍ਰੰਥ ਸਾਰੇ ਚੁੱਕ ਕੇ ਆਪਣੀ ਉਹਦੇ ਚ ਗੱਡੀ 'ਚ ਰੱਖ ਲਏ। ਅੱਗੇ ਗਏ ਤੇ ਅਗਲੇ ਨੂੰ ਹਰਾਇਆ ਤੇ ਉਹਦੇ ਗ੍ਰੰਥ ਖੋਏ ਤੇ ਸਾਰੇ ਆਪਣੀ ਗੱਡੀ 'ਚ ਰੱਖ ਲਏ। ਗੁਰੂ ਜੀ ਉਹਦਾ ਜ਼ਿਕਰ ਕਰ ਰਹੇ ਨੇ, ਪੜ ਗੱਡੀ ਲੱਦੀ ਹੈ। ਜੇ ਤੁਸੀਂ ਇੰਨੇ ਗ੍ਰੰਥ ਪੜ੍ਹ ਲਓ, ਇੰਨੇ ਵਿਦਵਾਨਾਂ ਨੂੰ ਬਹਿਸ ਵਿੱਚ ਹਰਾ ਦਿਓ ਤੇ ਉਹਨਾਂ ਦੇ ਗ੍ਰੰਥ ਲੈ ਕੇ ਵੀ ਤੁਸੀਂ ਗੱਡੀਆਂ ਲੱਦ ਲਵੋ, ਜਿਹੜੀਆਂ ਬੈਲ ਗੱਡੀਆਂ ਜਿਵੇਂ ਹੁੰਦੀਆਂ ਨੇ। ਮਤਲਬ ਉਸ ਸਮੇਂ ਦੇ ਮੁਤਾਬਕ ਗੁਰੂ ਸਾਹਿਬਾਂ ਨੇ ਲਿਖਿਆ ਹੈ ਨਾ, ਜੋ ਉਹਨਾਂ ਚ ਉਸ ਸਮੇਂ ਦਾ ਹੀ ਲਿਖਣਾ ਸੀ। ਹੁਣ ਦਾ ਤਾਂ ਅੱਜ ਦਾ ਉਹ ਕੰਪਿਊਟਰ ਦਾ ਸਿਸਟਮ ਹੀ ਨਹੀਂ ਸੀ ਤੇ ਲਿਖਦੇ ਕਿਵੇਂ? ਜੇ ਉਦੋਂ ਸੈੱਲਫੋਨ ਹੁੰਦਾ ਉਹਨਾਂ ਜ਼ਰੂਰ ਸੈੱਲਫੋਨ ਦੀ ਗੱਲ ਕਰਨੀ ਸੀ, ਪਰ ਉਦੋਂ ਸੀ ਨਹੀਂ, ਉਹ ਕਰ ਨਹੀਂ ਪਾਏ। ਸੋ ਇਸ ਤਰ੍ਹਾਂ ਬੈਲ ਗੱਡੀਆਂ ਲੱਦ ਲੀਆਂ ਜਾਣ, ਗ੍ਰੰਥਾਂ ਦੇ ਗ੍ਰੰਥ ਪੜ੍ਹ ਕੇ ਤੇ ਲੋਕਾਂ ਤੋਂ ਖੋ ਕੇ ਤੇ ਪੜ੍ਹ ਭਰੀਆਂ ਸਾਥ ਦਾ ਮਤਲਬ ਹੁੰਦਾ ਕਿ ਪੂਰਾ ਕਾਫਲਾ ਲੈ ਕੇ ਤੁਰਨਾ। ਤੇ ਉਦੋਂ ਲੋਕ ਊਠਾਂ ਤੇ ਬੈਲ ਗੱਡੀਆਂ ਤੇ ਘੋੜਿਆਂ ਆਦਿਕ ਤੇ ਕਾਫਲੇ ਦੇ ਤੌਰ ਤੇ ਤੁਰਿਆ ਕਰਦੇ ਸਨ। ਵੀ ਜੇ ਇਸ ਤਰ੍ਹਾਂ ਵਿਦਵਾਨ ਲੋਕ ਇੰਨੇ ਗ੍ਰੰਥ ਪੜ੍ਹ ਲੈਣ ਕਿ ਉਹਨਾਂ ਦੀਆਂ ਬੈਲ ਗੱਡੀਆਂ ਲੱਦੀਆਂ ਜਾ ਸਕਣ, ਇੰਨੇ ਗ੍ਰੰਥ ਪੜ੍ਹ ਲੈਣ ਕਿ ਕਾਫਲਿਆਂ ਦੇ ਕਾਫਲੇ ਭਰ ਕੇ ਉਹਨਾਂ ਦੇ ਨਾਲ ਤੋਰੇ ਜਾ ਸਕਣ, ਪੜ੍ਹ ਬੇੜੀ ਪਾਈ ਹੈ, ਇੰਨੇ ਗ੍ਰੰਥ ਪੜ੍ਹ ਲੈਣ ਕਿ ਜਦੋਂ ਦਰਿਆ ਨੂੰ ਪਾਰ ਕਰਨ ਤੇ ਉਹਨਾਂ ਦੇ ਗ੍ਰੰਥਾਂ ਨਾਲ ਬੇੜੀਆਂ ਹੀ ਭਰ ਜਾਣ, ਹਨਾ। ਪੜ੍ਹ ਗੱਡੀਆਂ ਖਾ ਤੇ ਇੰਨੇ ਪੜ੍ਹ ਲੈਣ ਕਿ ਜਿਵੇਂ ਵੱਡੇ ਖੱਡੇ ਭਰੇ ਜਾ ਸਕਣ ਉਹਨਾਂ ਦੇ ਗ੍ਰੰਥਾਂ ਨਾਲ, ਪੂਰੀ ਦੀ ਪੂਰੀ ਜਿਵੇਂ ਲਾਇਬ੍ਰੇਰੀ ਹੀ ਕੰਠ ਕਰ ਲਈ ਹੋਵੇ। ਪੜ੍ਹੀਆਂ ਜੇਤੇ ਬਰਸ ਪੜ੍ਹੀਆਂ ਜੇਤੇ ਮਾਸ। ਅਤੇ ਹੁਣ ਗੱਲ ਕਰਦੇ ਨੇ ਕਿ ਉਹ ਕਿੰਨਾ ਕੁ ਚਿਰ ਇੰਨੇ ਵੱਡੇ ਧਾਰਮਿਕ ਗ੍ਰੰਥ ਪੜ੍ਹੇ ਜਾਣ। ਜਿੰਨੇ ਬਰਸ ਨੇ ਜ਼ਿੰਦਗੀ ਦੇ, ਜਿੰਨੇ ਮਹੀਨੇ ਨੇ ਮਨੁੱਖ ਦੀ ਉਮਰ ਦੇ, ਪੜ੍ਹੀਐ ਜੇਤੀ ਆਰਜਾ, ਜਿੰਨੀ ਮਨੁੱਖ ਦੀ ਆਰਜਾ ਹੈ ਪੂਰੀ ਦੀ ਪੂਰੀ ਉਮਰ ਹੀ ਉਹ ਪੜ੍ਹੀ ਜਾਏ। ਪੜ੍ਹੀਐ ਜੇਤੇ ਸਾਸ, ਅਤੇ ਅਖੀਰਲੇ ਸਵਾਸ ਤੱਕ, ਭਾਵ ਹਰ ਇੱਕ ਸਾਹ ਨਾਲ, ਭਾਵ ਸਾਰੀ ਜ਼ਿੰਦਗੀ ਬੰਦਾ ਪੜ੍ਹਦਾ ਹੀ ਰਵੇ ਇੰਨੇ ਧਾਰਮਿਕ ਗ੍ਰੰਥ ਤੇ ਦੂਸਰੇ ਗ੍ਰੰਥ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਚਾਖ। ਸਿਰਫ ਇੱਕ ਗੱਲ ਜਿਹੜੀ ਏ ਉਹਦੇ ਲੇਖੇ ਵਿੱਚ ਜਾਂ ਵਾਹਿਗੁਰੂ ਦੇ ਘਰ ਜਾਣੀ ਜਾ ਸਕਦੀ ਏ, ਕੇਵਲ ਤੇ ਕੇਵਲ ਵਾਹਿਗੁਰੂ ਜੀ ਦੇ ਨਾਮ ਵਾਲੀ। ਜੇ ਉਸਨੇ ਇਹਨਾਂ ਧਾਰਮਿਕ ਗ੍ਰੰਥਾਂ ਵਿੱਚੋਂ ਪੜ੍ਹ ਕੇ ਤੇ ਇੱਕ ਗੱਲ ਸਿੱਖ ਲਈਏ ਕਿ ਪ੍ਰਮਾਤਮਾ ਦਾ ਜਿਹੜਾ ਨਾਮ ਸਿਮਰਨ ਏ, ਉਸ ਤੋਂ ਬਿਨਾਂ ਬਾਕੀ ਸਾਰੀਆਂ ਚੀਜ਼ਾਂ ਅਧੂਰੀਆਂ ਨੇ। ਤੇ ਜੇ ਉਹਨੇ ਇਹ ਗੱਲ ਸਿੱਖ ਲਈਏ, ਕਰਦਾ ਏ ਤੇ ਠੀਕ ਏ, ਨਹੀਂ ਤੇ ਹੋਰ ਹਉਮੈ ਝਖਣਾ ਚਾਖ। ਬਾਕੀ ਸਾਰੀ ਜ਼ਿੰਦਗੀ ਵਿੱਚ ਉਹਦਾ ਪੜ੍ਹਿਆ ਹੋਇਆ, ਉਹਦਾ ਬੋਲਿਆ ਹੋਇਆ, ਉਹਦਾ ਕੀਤਾ ਹੋਇਆ ਝੱਖ ਮਾਰਨ ਤੋਂ ਵੱਧ ਕੁਛ ਵੀ ਨਹੀਂ ਹੈ।
ਤੇ ਝੱਖ ਮਾਰਨਾ ਹੁੰਦਾ ਊਲ ਜਲੂਲ ਬੋਲਣਾ, ਵਾਧੂ ਘਾਟੂ ਬੋਲਣਾ, ਜਿਹਦੇ ਕੋਈ ਅਰਥ ਨਾ ਨਿਕਲਦੇ ਹੋਣ ਉਸ ਨੂੰ ਝੱਖ ਮਾਰਨਾ ਆਖਦੇ ਨੇ। ਉਹੋ ਜੀ ਬੋਲੀ ਜਿਹੜੀ ਜਿਹਦੇ ਕੋਈ ਮਤਲਬ ਨਾ ਹੋਣ। ਸੋ ਗੁਰੂ ਸਾਹਿਬ ਨੇ ਇਸ ਪਹਿਲੇ ਸ਼ਲੋਕ ਵਿੱਚ ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਝਖਣਾ ਝਾਕ ਦੀ ਗੱਲ ਕੀਤੀ ਵੀ ਇੱਕ ਗੱਲ ਲੇਖੇ ਵਿੱਚ ਆਉਂਦੀ ਏ, ਬਾਕੀ ਸਭ ਹਉਮੈ ਹੀ ਏ, ਹੋਰ ਕੁਛ ਨਹੀਂ। ਪਰ ਉਹ ਲੇਖੇ ਵਿੱਚ ਕਿਹੜੀ ਗੱਲ ਆਉਂਦੀ ਏ, ਇਹ ਗੱਲ ਅਸੀਂ ਅਗਲੇ ਸ਼ਲੋਕ 'ਚੋਂ ਸਮਝ ਪਾਵਾਂਗੇ। ਇਸ ਸ਼ਲੋਕ ਵਿੱਚੋਂ ਅਸੀਂ ਸਮਝ ਨਹੀਂ ਪਾ ਰਹੇ ਕਿ ਉਹ ਕਿਹੜੀ ਗੱਲ ਹੈ ਜਿਹੜੀ ਲੇਖੇ ਵਿੱਚ ਆਉਣ ਵਾਲੀ ਏ। ਇਸੇ ਲਈ ਜਿਵੇਂ ਵੀਰ ਜੀ ਦਾ ਪਹਿਲਾ ਕੁਐਸਚਨ ਸੀ ਕਿ ਹਉਮੈ ਦੀਰਘ ਰੋਗ ਹੈ, ਦਾਰੂ ਭੀ ਇਸ ਮਾਹੇ, ਵੀ ਹਉਮੈ ਇੱਕ ਬਹੁਤ ਵੱਡਾ ਰੋਗ ਹੈ ਤੇ ਦਾਰੂ ਵੀ ਇਹਦੇ ਵਿੱਚ ਹੀ, ਹਉਮੈ ਵਿੱਚ ਹੀ, ਤੇ ਉਹ ਕਿਵੇਂ ਆ। ਤੇ ਉਹੀ ਮੈਂ ਕਹਿ ਰਿਹਾ ਸਾਂ ਕਿ ਆਪਾਂ ਨੂੰ ਜਦੋਂ ਅਸੀਂ ਕੋਈ ਵੀ ਇੱਕ ਲਾਈਨ ਲੈ ਕੇ ਅਰਥ ਉਹਦੇ ਕਰਦੇ ਹਾਂ ਤੇ ਸ਼ਾਇਦ ਅਸੀਂ ਠੀਕ ਟਿਕਾਣੇ ਤੇ ਪਹੁੰਚ ਨਹੀਂ ਪਾਉਂਦੇ, ਜਾਂ ਉਸ ਪੂਰੇ ਸ਼ਲੋਕ ਵਿੱਚ ਜਾਂ ਸ਼ਬਦ ਵਿੱਚ ਕੀ ਵਿਚਾਰਧਾਰਾ ਗੁਰੂ ਜੀ ਦੇ ਰਹੇ ਨੇ ਉਸ ਨੂੰ ਸਮਝਣ ਤੋਂ ਅਸੀਂ ਅਸਮਰਥ ਰਹਿੰਦੇ ਹਾਂ। ਇਸ ਲਈ ਸਾਨੂੰ ਸਾਰਾ ਸ਼ਲੋਕ, ਸਾਰਾ ਸ਼ਬਦ ਪੜ੍ਹਨਾ ਚਾਹੀਦਾ ਹੈ। ਲੇਕਿਨ ਗੁਰੂ ਬਾਣੀ ਦੇ ਵਿੱਚ ਇੱਕ ਹੋਰ ਟੈਕਨੀਕ ਵਰਤੀ ਗਈ ਹੈ। ਜਦੋਂ ਅਸੀਂ ਖਾਸ ਕਰਕੇ ਵਾਰਾਂ ਪੜ੍ਹਦੇ ਹਾਂ, ਵਾਰਾਂ ਦੇ ਨਾਲ ਸ਼ਲੋਕ ਜਿਹੜੇ ਨੇ ਗੁਰੂ ਅਰਜਨ ਦੇਵ ਜੀ ਨੇ ਦਰਜ ਕੀਤੇ ਨੇ, ਪਹਿਲਾਂ ਨਹੀਂ ਸਨ। ਸੋ ਹੁਣ ਕੀ ਹੁੰਦਾ ਹੈ ਕਿ ਇੱਕ ਪੌੜੀ ਜਿਹੜੀ ਹੈ ਉਹਦੇ ਨਾਲ ਜਿੰਨੇ ਵੀ ਸ਼ਲੋਕ ਉਸ ਪੌੜੀ ਤੋਂ ਪਹਿਲਾਂ ਦਰਜ ਹੋਣ, ਇੱਕ ਹੋਵੇ, ਦੋ ਹੋਣ, 3, 4, 5, ਜਿੰਨੇ ਵੀ ਹੋਣ, ਉਹ ਸਾਰੇ ਇੱਕ ਇਕਾਈ ਬਣਦੀ ਹੈ। ਕੀ ਹੁੰਦਾ ਉਹਨੂੰ? ਇੱਕ ਸ਼ਬਦ ਦੇ ਰੂਪ ਵਿੱਚ ਇੱਕ ਇਕਾਈ ਅਸੀਂ ਆਖਦੇ ਉਹਨੂੰ। ਮਤਲਬ ਸਾਰੇ ਸ਼ਲੋਕ ਜਿਹੜੇ ਨੇ, ਸਾਰੇ ਸ਼ਲੋਕ ਤੇ ਉਹ ਪੌੜੀ ਜਿਹਦੇ ਉੱਤੇ ਜਿਹੜੇ ਸਾਰੇ ਸ਼ਲੋਕ ਨੇ, ਕਈ 4 ਵੀ ਆ ਜਾਂਦੇ, 2 ਵੀ ਆ ਜਾਂਦੇ, ਜਿੰਨੇ ਵੀ ਆ ਜਾਣ, ਹਾਂਜੀ, ਉਹ ਸਾਰੇ ਮਿਲਾ ਕੇ ਮਾਨੋ ਇੱਕ ਸ਼ਬਦ ਬਣਦਾ ਹੈ। ਇਸ ਨੂੰ ਇੱਕ ਇਕਾਈ ਆਖਦੇ ਨੇ, ਇੱਕ ਸੰਗ੍ਰਹਿ ਆਖਦੇ ਨੇ। ਮਨ ਯਾਨੀ ਸਾਰੇ ਸ਼ਲੋਕ ਤੇ ਪੌੜੀ ਮਿਲਾ ਕੇ ਉਹ ਜਿੰਨਾ ਸੰਗ੍ਰਹਿ ਹੈ, ਇੱਕ ਸ਼ਬਦ ਆਖ ਲਓ ਉਹਨੂੰ, ਇੱਕ ਸੰਗ੍ਰਹਿ ਆਖ ਲਓ। ਮਤਲਬ ਪੌੜੀ ਤੋਂ ਬਗੈਰ ਸ਼ਬਦ ਕੰਪਲੀਟ ਨਹੀਂ ਹੁੰਦਾ। ਨਹੀਂ, ਸ਼ਬਦ ਕੰਪਲੀਟ ਹੁੰਦਾ, ਵਿਚਾਰਧਾਰਾ ਕੰਪਲੀਟ ਨਹੀਂ ਹੁੰਦੀ। ਵਿਚਾਰਧਾਰਾ ਕੰਪਲੀਟ। ਸੋ ਉਸ ਵਿਚਾਰਧਾਰਾ ਨੂੰ ਕੰਪਲੀਟ ਕਰਨ ਲਈ ਸਾਨੂੰ ਇਹ ਪੌੜੀ ਤੇ ਉਹਦੇ ਨਾਲ ਦੇ ਉਤਲੇ ਦੋਵੇਂ ਸ਼ਬਦ ਸਾਂਝੇ ਰੂਪ ਵਿੱਚ ਸਮਝਣੇ ਹੋਣਗੇ, ਤਾਂ ਅਸੀਂ ਸਮੁੱਚੀ ਵਿਚਾਰਧਾਰਾ ਜਾਂ ਠੀਕ ਵਿਚਾਰਧਾਰਾ ਜੋ ਗੁਰੂ ਨਾਨਕ ਸਾਹਿਬ ਦੀ, ਉਸ ਨੂੰ ਸਮਝ ਪਾਵਾਂਗੇ। ਇਸ ਤੋਂ ਬਿਨਾਂ ਨਹੀਂ। ਸੋ ਜੇ ਅਸੀਂ ਉਤਲਾ ਪਹਿਲਾ ਕੱਲਾ ਸ਼ਲੋਕ ਵਿਚਾਰਾਂਗੇ, ਸ਼ਲੋਕ ਨੇ ਜਿਸੇ ਸ਼ਲੋਕ ਵਾਲਾ ਪਹਿਲਾ, ਕਈ ਦੂਜੇ ਮਹਾਰਾਜ ਦੇ ਲਿਖੇ ਨੇ, ਕੋਈ ਤੀਜੇ ਦੇ ਲਿਖੇ ਹੁੰਦੇ ਨੇ, ਜਿਹਦੇ ਵੀ ਪੌੜੀ ਹੈ, ਪੌੜੀ ਦਾ ਕਿਸੇ ਦਾ ਜ਼ਿਕਰ ਨਹੀਂ ਹੁੰਦਾ ਵੀ ਇਹ ਕਿਹੜੀ ਗੁਰੂ ਸਾਹਿਬਾਂ ਨੇ ਲਿਖੀ ਹੈ। ਜ਼ਿਕਰ ਹੁੰਦਾ ਹੈ, ਹਾਂਜੀ, ਸ਼ੁਰੂ ਵਿੱਚ ਜ਼ਿਕਰ ਹੁੰਦਾ ਉਹਦਾ, ਕਿਉਂਕਿ ਵਾਰ ਕੱਲੀ ਪੌੜੀਆਂ ਹੀ ਹੁੰਦੀ ਹੈ। ਤੇ ਜਿਹਦਾ ਹੈਡਿੰਗ ਵਿੱਚ ਜਿਹਦਾ ਜਿਸ ਗੁਰੂ ਸਾਹਿਬ ਦਾ ਮਹਿਲਾ ਪਹਿਲਾ, ਦੂਜਾ, ਤੀਜਾ ਆ ਜਾਏਗਾ, ਰਾਗ ਨਹੀਂ, ਵਾਰ, ਉੱਥੇ ਸਮਝ ਆ ਜਾਂਦਾ। ਚੈਪਟਰ ਸ਼ੁਰੂ ਹੁੰਦਾ ਤੇ ਵਾਰਾਂ ਦਾ, ਤੇ ਉਦੋਂ ਪਹਿਲੇ ਲਿਖਿਆ ਹੁੰਦਾ ਜਿਹੜਾ ਕਿ ਪੌੜੀ ਗੁਰੂ ਸਾਹਿਬਾਂ ਦੇ ਨਾਂ ਤੇ। ਹਾਂਜੀ, ਤੇ ਅਸੀਂ ਗੌਰ ਕਰਾਂਗੇ। ਹਾਂਜੀ, ਤੁਸੀਂ ਕਰਨਾ, ਧਿਆਨ ਦੇਣਾ। ਸੋ ਉਹਦੇ ਵਿੱਚ ਫਿਰ ਜਿਹੜੇ ਸ਼ਲੋਕ ਆਉਣਗੇ ਉਹ ਪੌੜੀ ਦੇ ਨਾਲ ਉਹ ਇੱਕ ਇਕਾਈ ਮੰਨੀ ਜਾਏਗੀ। ਫਿਰ ਅਸੀਂ ਉਸ ਨੂੰ ਸਾਰੀ ਸਮੁੱਚੀ ਵਿਚਾਰਧਾਰਾ ਨੂੰ ਸਮਝ ਪਾਵਾਂਗੇ। ਸੋ ਜਿਵੇਂ ਹੁਣ ਇਸ ਸ਼ਲੋਕ ਵਿੱਚ ਨਾਨਕ ਲਿਖਿਆ ਇੱਕ ਗੱਲ, ਉਹ ਇੱਕ ਗੱਲ ਕਿਹੜੀ ਏ, ਉਹ ਇਸ ਇਕੱਲੇ ਸ਼ਲੋਕ ਵਿੱਚੋਂ ਜ਼ਾਹਰ ਨਹੀਂ ਹੋ ਰਹੀ। ਸੋ ਜਦੋਂ ਅਸੀਂ ਅਗਲਾ ਸ਼ਲੋਕ ਪੜਾਂਗੇ, ਪੌੜੀ ਪੜਾਂਗੇ, ਤੇ ਉਹ ਗੱਲ ਵੀ ਸਾਡੇ ਸਾਹਮਣੇ ਆ ਜਾਏਗੀ ਕਿ ਉਹ ਇੱਕ ਗੱਲ ਕਿਹੜੀ ਏ ਜਿਹਨੂੰ ਛੱਡ ਕੇ ਬਾਕੀ ਸਭ ਝਖਣਾ ਝਾਕ ਹੋ ਜਾਂਦਾ ਹੈ। ਸੋ ਅਸੀਂ ਹੁਣ ਦੂਜਾ ਸ਼ਲੋਕ ਸ਼ੁਰੂ ਕਰਦੇ ਹਾਂ। ਤੇ ਇੱਕ ਗੱਲ ਮੈਂ ਕਹਿਣਾ ਚਾਹਾਂਗਾ ਕਿ ਜਿਵੇਂ ਹੁਣ ਦੂਜੇ ਸ਼ਲੋਕ ਵਿੱਚ ਵੀ ਗੁਰੂ ਸਾਹਿਬ ਕਹਿੰਦੇ ਨੇ ਲਿਖ ਪੜਿਆ ਤੇਤਾ ਕੜਿਆ, ਤੇ ਇਹਦਾ ਮਤਲਬ ਹੈ ਕਿ ਜਿੰਨਾ ਮਨੁੱਖ ਲਿਖ ਕੇ ਪੜ੍ਹਦਾ ਰਿਹਾ, ਸਾਰੀ ਉਮਰ ਭਾਵ ਲਿਖਦਾ ਰਿਹਾ ਤੇ ਪੜ੍ਹਦਾ ਰਿਹਾ, ਤੇਤਾ ਕੜਿਆ, ਉਹ ਓਨਾ ਹੀ ਕੜ ਗਿਆ, ਉਹ ਪੱਕਾ ਹੋ ਗਿਆ ਉਸ ਵਿਚਾਰਧਾਰਾ ਉੱਤੇ ਜਿਹੜੀ ਉਹ ਲਿਖਦਾ ਰਿਹਾ ਤੇ ਜਿਹੜੀ ਉਹ ਪੜ੍ਹਦਾ ਰਿਹਾ। ਤੇ ਹੁਣ ਜੇ ਕੋਈ ਬੰਦਾ ਉਸ ਮਨੁੱਖ ਨੂੰ ਸੱਚਾਈ ਦੇ ਸਾਹਮਣੇ ਲੈ ਜਾਏ ਤੇ ਉਹ ਆਖੇਗਾ ਨਹੀਂ, ਜੋ ਮੈਂ ਸਾਰੀ ਜ਼ਿੰਦਗੀ ਲਿਖਿਆ ਤੇ ਪੜ੍ਹਿਆ ਉਹ ਹੀ ਸੱਚਾਈ ਹੈ, ਇਸ ਤੋਂ ਅੱਗੇ ਸੱਚਾਈ ਵੱਧ ਘੱਟ ਹੋਰ ਨਹੀਂ ਹੋ ਸਕਦੀ। ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਜੋ ਮੈਂ ਆਪਣੀ ਸਮਝ ਮੁਤਾਬਕ ਪੜ੍ਹਦਾ ਰਿਹਾ ਤੇ ਲਿਖਦਾ ਰਿਹਾ ਕਿ ਉਹ ਹੀ ਸੱਚਾਈ ਸੀ। ਸੋ ਹੁਣ ਸੱਚਾਈ ਜਿਹੜੀ ਹੈ ਉਹਦੇ ਤੱਕ ਪਹੁੰਚਣ ਲਈ ਸਾਨੂੰ ਆਪਣਾ ਲਿਖਿਆ ਹੋਇਆ ਤੇ ਆਪਣਾ ਪੜਿਆ ਹੋਇਆ ਕਈ ਵਾਰੀ ਇੱਕ ਪਾਸੇ ਰੱਖਣਾ ਪੈਂਦਾ ਹੈ,
ਤੇ ਦੂਜੇ ਦੀ ਗੱਲ ਸਮਝਣੀ ਪੈਂਦੀ ਏ। ਹੋ ਸਕਦਾ ਦੂਜੇ ਦੀ ਗੱਲ ਜ਼ਿਆਦਾ ਵਜ਼ਨਦਾਰ ਹੋਵੇ, ਜ਼ਿਆਦਾ ਸੱਚਾਈ ਦੇ ਨੇੜੇ ਹੋਵੇ ਤੇ ਮੇਰੀ ਨਾ ਹੋਵੇ। ਸੋ ਸਾਨੂੰ ਚਾਹੀਦਾ ਕੀ ਹੈ ਕਿ ਅਸੀਂ ਇੱਕਦਮ ਇੰਨੇ ਸਿਆਣਪ ਰੱਖਦੇ ਹੋਈਏ ਕਿ ਦੂਜੇ ਦੀ ਗੱਲ ਨੂੰ ਸਮਝਣ ਦੀ ਯੋਗਤਾ ਹੋਵੇ ਤੇ ਆਪਣੀ ਗੱਲ ਸਮਝਾਉਣ ਦੀ ਯੋਗਤਾ ਹੋਵੇ, ਤੇ ਫਿਰ ਕਿਸੇ ਨਿਰਣੇ ਤੇ ਪਹੁੰਚਣ ਦੀ ਸਮਰੱਥਾ ਹੋਵੇ ਸਾਡੇ ਕੋਲ। ਅਸੀਂ ਉਹਦੇ ਤੇ ਜਿੱਦ ਨਾ ਕਰੀਏ, ਬਹਿਸ ਨਾ ਕਰੀਏ ਕਿ ਮੈਂ ਹੀ ਠੀਕ ਹਾਂ ਜਾਂ ਤੂੰ ਹੀ ਗਲਤ ਹੈ, ਇਹ ਨਾ ਹੋਵੇ। ਸੋ ਗੁਰੂ ਸਾਹਿਬ ਨੇ ਸਾਨੂੰ ਜਿਵੇਂ ਪੜ੍ਹਨ ਤੋਂ ਮਨਾ ਨਹੀਂ ਕੀਤਾ, ਸਿਰਫ ਇਸ ਗੱਲ ਤੋਂ ਸਾਨੂੰ ਜਾਣੂ ਕਰਾਇਆ ਹੈ ਕਿ ਕੇਵਲ ਪੜ੍ਹੀ ਜਾਣਾ ਤੇ ਉਸ ਨੂੰ ਸਮਝਣਾ ਨਾ, ਉਹ ਗੱਲ ਕਿਸੇ ਤਰ੍ਹਾਂ ਵੀ ਠੀਕ ਨਹੀਂ। ਜਿਵੇਂ ਭਗਤ ਕਬੀਰ ਸਾਹਿਬ ਨੇ ਸਾਨੂੰ ਗੁਰਬਾਣੀ ਵਿੱਚ ਇਹ ਗੱਲ ਸਮਝਾਈ ਹੋਈ ਏ ਕਿ ਸਾਨੂੰ ਜਿਹੜਾ ਬਹੁਤਾ ਪੜ੍ਹੀ ਜਾਣਾ, ਕੇਵਲ ਪੜ੍ਹੀ ਜਾਣਾ, ਉਹ ਕਿਸੇ ਵੀ ਅਰਥ ਨਹੀਂ ਆਉਂਦਾ ਜਿੰਨਾ ਚਿਰ ਅਸੀਂ ਸਹਿਜ ਨਾ ਮਿਲਿਓ ਸੋਏ, ਜਿੰਨਾ ਚਿਰ ਅਸੀਂ ਵਾਹਿਗੁਰੂ ਜੀ ਦੇ ਨਾਮ ਸਿਮਰਨ ਵਿੱਚ ਨਹੀਂ ਜੁੜ ਜਾਂਦੇ। ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੈ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਜਿੰਨਾ ਚਿਰ ਅਸੀਂ ਉਸ ਅਵਸਥਾ ਵਿੱਚ ਨਹੀਂ ਜਾਂਦੇ ਜਿਹਦੇ ਵਿੱਚ ਪ੍ਰਭੂ ਜੀ ਦੇ ਨਾਲ ਜਾਂ ਪ੍ਰਭੂ ਦੇ ਗੁਣਾਂ ਨਾਲ ਸਾਡੀ ਇੱਕ ਮਿਕਤਾ ਜਾਂ ਸਾਂਝ ਬਣ ਜਾਂਦੀ ਏ, ਉਸ ਤੋਂ ਪਹਿਲਾਂ ਜੇ ਅਸੀਂ ਕੇਵਲ ਜ਼ਬਾਨ ਰਾਹੀਂ ਪੜ੍ਹੀ ਸੁਣੀ, ਕੰਨਾਂ ਰਾਹੀਂ ਸੁਣੀ ਜਾ ਰਹੇ ਹਾਂ ਤੇ ਉਹਦਾ ਕੋਈ ਬਹੁਤ ਸਾਨੂੰ ਲਾਭ ਨਹੀਂ ਹੁੰਦਾ। ਫਿਰ ਗੁਰੂ ਨਾਨਕ ਸਾਹਿਬ ਨੇ ਇਹ ਵੀ ਗੱਲ ਆਖੀ, ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਕੇਵਲ ਪੜ੍ਹੀ ਜਾਣਾ ਤੇ ਉਸ ਦੇ ਉੱਤੇ ਬਹਿਸ ਕਰੀ ਜਾਣਾ ਜਾਂ ਵਿਚਾਰ ਵਟਾਂਦਰਾ ਕਰੀ ਜਾਣਾ, ਇਹ ਸੰਸਾਰ ਦੇ ਲੋਕਾਂ ਦੀ ਇੱਕ ਕਾਰ ਬਣ ਕੇ ਰਹਿ ਗਈ, ਇੱਕ ਕਰਮ ਬਣ ਕੇ ਰਹਿ ਗਿਆ। ਲੇਕਿਨ ਅੰਦਰੋਂ ਸਾਫ਼ ਨਾ ਹੋਏ, ਅੰਦਰ ਸੱਚ ਨਾ ਵਸਿਆ, ਅੰਦਰ ਤ੍ਰਿਸ਼ਨਾ ਵਿਕਾਰ, ਅੰਦਰ ਉਹੀ ਤ੍ਰਿਸ਼ਨਾ ਰਹੀ, ਉਹੀ ਹਉਮੈ ਰਹੀ, ਉਹੀ ਕਾਮ ਕ੍ਰੋਧ ਰਿਹਾ, ਸਭ ਕੁਛ ਅੰਦਰ ਉਹ ਹੀ ਰਿਹਾ। ਹਉਮੈ ਵਿੱਚ ਸਭ ਪੜ੍ਹ ਥੱਕੇ, ਦੂਜਾ ਪਾਏ ਪਿਆਰ। ਉਹਨਾਂ ਨੇ ਆਖਿਆ ਕਿ ਹਉਮੈ ਦੇ ਵਿੱਚ ਮਾਨਵਤਾ ਪੜ੍ਹ ਪੜ੍ਹ ਕੇ ਥੱਕ ਚੁੱਕੀ ਏ ਤੇ ਉਹਨਾਂ ਦਾ ਜਿਹੜਾ ਪਿਆਰ ਏ ਉਹ ਪ੍ਰਮਾਤਮਾ ਦੇ ਨਾਮ ਸਿਮਰਨ ਨਾਲ ਨਹੀਂ ਲੱਗਾ, ਸਗੋਂ ਦੁਨਿਆਵੀ ਚੀਜ਼ਾਂ ਨਾਲ ਤੇ ਦੁਨਿਆਵੀ ਪਦਾਰਥਾਂ ਦੇ ਨਾਲ ਲੱਗਾ ਹੋਇਆ ਹੈ, ਤੇ ਇਹੋ ਜਿਹੇ ਪੜ੍ਹਨ ਦਾ ਬਹੁਤਾ ਲਾਭ ਨਹੀਂ ਹੁੰਦਾ। ਕਬੀਰ ਸਾਹਿਬ ਨੇ ਇੱਕ ਥਾਂ ਸਾਨੂੰ ਪੜ੍ਹਨ ਦੀ ਪ੍ਰੇਰਨਾ ਦਿੰਦਿਆਂ ਇਹ ਬਚਨ ਆਖੇ ਨੇ ਕਿ ਮਨ ਸਮਝਾਵਨ ਕਾਰਨੇ ਕਛੁਅਕ ਪੜ੍ਹੀਐ ਗਿਆਨ। ਸਾਨੂੰ ਕੁਛ ਗਿਆਨ ਪੜ੍ਹਨਾ ਵੀ ਪਵੇਗਾ ਜੇ ਅਸੀਂ ਆਪਣੇ ਆਪ ਨੂੰ ਠੀਕ ਰਸਤੇ ਤੇ ਲਿਜਾਣਾ ਹੈ ਤਾਂ। ਜੇ ਠੀਕ ਰਸਤੇ ਤੇ ਅਸੀਂ ਆਪਣੇ ਆਪ ਨੂੰ ਨਹੀਂ ਲਿਜਾ ਰਹੇ ਲੇਕਿਨ ਕੇਵਲ ਪੜ੍ਹੀ ਜਾ ਰਹੇ ਹਾਂ ਤੇ ਫਿਰ ਅਸੀਂ ਆਪਣਾ ਟਾਈਮ ਖਰਾਬ ਪੈ ਕਰਦੇ ਹਾਂ। ਸੋ ਲਿਖ ਲਿਖ ਪੜ੍ਹਿਆ ਤੇਤਾ ਕੜਿਆ। ਜੇ ਉਹ ਬੰਦਾ ਸਿਰਫ ਸਾਰੀ ਜ਼ਿੰਦਗੀ ਪੜ੍ਹਦਾ ਰਿਹਾ, ਲਿਖਦਾ ਰਿਹਾ, ਲੇਕਿਨ ਗੱਲ ਸਮਝ ਵਿੱਚ ਨਹੀਂ ਆਈ ਕਿ ਉਹ ਇੱਕ ਗੱਲ ਕਿਹੜੀ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਆਖਿਆ ਲਿਖ ਹੈ ਇੱਕ ਗੱਲ, ਤੇ ਫਿਰ ਸਮਝੋ ਉਹ ਕੜਿਆ, ਉਹ ਦੁਖੀ ਹੁੰਦਾ ਰਿਹਾ ਤੇ ਉਹ ਉਹਦੇ ਉੱਤੇ ਹੀ ਪੱਕਾ ਹੋ ਕੇ ਬਹਿ ਗਿਆ। ਫਿਰ ਦੂਸਰਾ ਤਰੀਕਾ ਇਸ ਸ਼ਲੋਕ ਵਿੱਚ, ਜਿਵੇਂ ਤੀਰਥਾਂ ਉੱਤੇ ਪਾਉਣਾ ਤੇ ਕਈ ਪ੍ਰਕਾਰ ਦੇ ਲਿਬਾਸ ਬਣਾਉਣਾ। ਹਾਂਜੀ, ਤੇਤਾ ਕੜਿਆ, ਕੜਿਆ ਤੋਂ ਵੀ ਕੜਿਆ ਤੋਂ ਭਾਵੇਂ ਕਿਸੇ ਚੀਜ਼ ਉੱਤੇ ਪੱਕੇ ਹੋ ਜਾਣਾ, ਦੁੱਧ ਦਾ ਕੜ ਜਾਣਾ, ਜਿਵੇਂ ਕੜ ਗਿਆ, ਪੱਕਾ ਹੋ ਗਿਆ। ਤੇ ਦੁੱਧ ਵੈਸੇ ਜਦੋਂ ਕੜਦਾ ਦੁਖੀ ਵੀ ਤੇ ਹੁੰਦਾ ਹੈ ਤੇ ਅਸੀਂ ਵੀ ਇਸ ਤਰ੍ਹਾਂ ਦੁਖੀ ਵੀ ਨਾਲ ਹੁੰਦੇ ਰਹਿੰਦੇ ਆ, ਪੜ ਪੜ ਕੇ ਕੱਢਦੇ ਰਹਿੰਦੇ। ਹਾਂਜੀ ਹਾਂਜੀ, ਤੇ ਉਹ ਅਸੀਂ ਕਈ ਵਾਰੀ ਕਹਿੰਦੇ ਆ ਕਿ ਦ੍ਰਿੜ ਹੋਣਾ ਆਖ ਲੋ, ਮੈਂ ਜ਼ਿਆਦਾ ਪਹਿਲ ਦਿਆਂਗਾ ਦੁਖੀ ਹੋਣਾ। ਹਾਂਜੀ, ਇਹ ਆਪਣੇ ਹੀ ਗੱਲਾਂ ਵਿੱਚ ਕੱਢਦਾ ਰਹਿੰਦਾ ਹੈ ਜਾਂ ਕੁੜਦਾ ਰਹਿੰਦਾ ਹੈ, ਉਹ ਵੀ ਤੇ ਅਸੀਂ ਕਹਿੰਦੇ ਹੀ ਆ ਹਨਾ। ਆਪਣੇ ਹੀ ਜਿਹੜੀਆਂ ਇਹਦੇ ਮਨ 'ਚ ਵਿਚਾਰਾਂ ਆਉਂਦੀਆਂ ਉਹਨਾਂ ਵਿੱਚ ਹੀ ਇਹ ਕੱਢਦਾ ਰਹਿੰਦਾ ਹੈ ਜਾਂ ਕੁੜਦਾ ਰਹਿੰਦਾ ਹੈ, ਇਸ ਤਰ੍ਹਾਂ ਕਈ ਵਾਰੀ ਉਹ ਸ਼ਬਦ ਅਸੀਂ ਵਰਤਦੇ ਹਾਂ। ਸੋ ਫਿਰ ਤੀਰਥਾਂ ਤੇ ਪਾਉਣਾ, ਲਿਬਾਸ ਬਣਾਉਣੇ, ਰੋਟੀ ਛੱਡ ਦੇਣੀ, ਤੇ ਫਿਰ ਮੌਨ ਧਾਰਨ ਕਰ ਲੈਣਾ, ਨੰਗੇ ਪੈਰੀਂ ਫਿਰਨਾ, ਰੋਟੀ ਪਾਣੀ ਛੱਡ ਕੇ ਗੰਦ ਮੰਦ ਖਾਂਦੇ ਫਿਰਨਾ,
ਜੂਠ ਆਦਿਕ ਵਿੱਚੋਂ ਲੱਭ ਕੇ ਤੇ ਇਹੋ ਜੀਆਂ ਗੱਲਾਂ, ਜੰਗਲਾਂ ਵਿੱਚ ਚਲੇ ਜਾਣਾ, ਮੜੀਆਂ ਮਸਾਣਾਂ ਵਿੱਚ ਨਿਵਾਸ ਕਰਨਾ, ਸੋ ਇਹ ਸਾਰੀਆਂ ਗੱਲਾਂ ਇਸ ਸ਼ਲੋਕ ਵਿੱਚ ਗੁਰੂ ਜੀ ਨੇ ਸਾਡੇ ਸਾਹਮਣੇ ਰੱਖੀਆਂ ਨੇ। ਅਸੀਂ ਕਈ ਵਾਰੀ ਇਸ ਤਰ੍ਹਾਂ ਵੀ ਆਖਦੇ ਹਾਂ ਕਿ ਜਿਹੜੀ ਆਸਾ ਦੀ ਵਾਰ ਹੈ, ਵੈਸੇ ਸਾਰੀ ਬਾਣੀ ਸਮਾਜ ਸੁਧਾਰਨ ਲਈ ਬਣਾਈ ਗਈ ਤੇ ਬੰਦੇ ਨੂੰ ਚੰਗਾ ਜੀਵਨ ਜਿਉਣ ਦਾ ਢੰਗ ਸਿਖਾਉਣ ਲਈ ਬਣਾਈ ਗਈ, ਪਰ ਜਿਹੜੀ ਆਸਾ ਦੀ ਵਾਰ ਇਹਦੇ ਵਿੱਚ ਬਹੁਤ ਸਾਰੇ ਵਿਸ਼ੇ ਐਸੇ ਛੋਹੇ ਗਏ ਨੇ ਜਿਹੜੇ ਸਾਡੇ ਜੀਵਨ ਦੇ ਨਾਲ ਸਿੱਧਾ ਸੰਬੰਧ ਰੱਖਦੇ ਨੇ, ਸਾਡੇ ਸਮਾਜ ਨਾਲ ਸਿੱਧਾ ਸੰਬੰਧ ਰੱਖਦੇ ਨੇ। ਜਿਵੇਂ ਹੁਣ ਇਸ ਸ਼ਲੋਕ ਵਿੱਚ ਸਾਰੀ ਗੱਲ ਉਹ ਜਿਹੜੇ ਲੋਕ ਉਸ ਵਕਤ ਤੇ ਅੱਜ ਵੀ ਇਹੋ ਜਿਹੇ ਧਾਰਮਿਕ ਕਰਮ ਕਰਦੇ ਸਨ ਤੇ ਉਹ ਪ੍ਰਭੂ ਦੀ ਬੰਦਗੀ ਨਾਲੋਂ ਟੁੱਟੇ ਹੋਏ ਸਨ, ਤੇ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਸਮਝਾਉਣਾ ਚਾਹ ਰਹੇ ਨੇ ਕਿ ਭਾਈ ਇਹ ਜਿਹੜੇ ਤੁਸੀਂ ਕਰਮ ਕਰਦੇ ਹੋ, ਇਹਨਾਂ ਕਰਮਾਂ ਦਾ, ਜਿਵੇਂ ਅਸੀਂ ਪੌੜੀ ਨੰਬਰ 8 ਵਿੱਚ ਪੜ੍ਹ ਲਿਆ ਹੈ ਕਿ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ, ਇਹ ਧਾਰਮਿਕ ਪਹਿਰਾਵਾ, ਧਾਰਮਿਕ ਕਰਮ ਕਾਂਡ ਜਿਹੜੇ ਨੇ ਇਹ ਸੱਚੇ ਨਾਮ ਤੋਂ ਬਿਨਾ ਕਿਸੇ ਕੋਈ ਅਰਥ ਨਹੀਂ ਰੱਖਦੇ। ਹਾਂਜੀ, ਟਿੱਕਾ ਲਾਣੇ, ਤਾਗੇ ਜਨੇਊ ਪਾਣੇ, ਉਹ ਅਸੀਂ ਸਾਰੇ ਹੀ ਆ ਮਾਤਾ ਜੀ, ਅਸੀਂ ਸਾਰੇ ਹੀ ਆ। ਮਤਲਬ ਜੇ ਆਪਣੇ ਆਪਣੇ ਹਿਸਾਬ ਦੇ ਨਾਲ ਜਿਹੜੇ ਕੋਈ ਪਰਮਾਤਮਾ ਨੂੰ ਘੱਟ ਸਮਝਣਾ, ਉਹਦੀ ਬੰਦਗੀ ਘੱਟ ਕਰਨੀ ਤੇ ਦਿਖਾਵੇ ਜ਼ਿਆਦਾ ਕਰਨਾ, ਅਸੀਂ ਸਾਰੇ ਉਹਦੇ ਵਿੱਚੋਂ ਹੀ ਆ। ਅਸੀਂ ਬੰਦਗੀ ਨਹੀਂ ਕਰ ਰਹੇ, ਅਸੀਂ ਦਿਖਾਵਾ ਹੀ ਕਰ ਰਹੇ ਹਾਂ, ਸਾਰੇ ਦੇ ਸਾਰੇ ਹੀ। ਕਿਸੇ ਵਿਰਲੇ ਨੂੰ ਛੱਡ ਕੇ ਸਿੱਖ ਲੋਕ ਵੀ ਦਿਖਾਵਾ ਹੀ ਕਰ ਰਹੇ ਨੇ, ਬੰਦਗੀ ਨਹੀਂ ਕਰ ਰਹੇ। ਬੰਦਗੀ ਕਰਨਾ ਹੋਰ ਚੀਜ਼ ਏ, ਨੇਕੀਆਂ ਚੰਗਿਆਈਆਂ ਭਲੇ ਕਰਮ ਕਰਨਾ ਹੋਰ ਚੀਜ਼ ਏ। ਗੁਰੂ ਜੀ ਨੇ ਸਪਸ਼ਟ ਕੀਤਾ ਹੋਇਆ ਹੈ, ਮੈਂ ਨਹੀਂ ਇਹ ਗੱਲ ਕਹਿ ਰਿਹਾ। ਸੋ ਅਸੀਂ ਸਾਰੇ ਲੋਕ, ਸਾਰੇ ਨਾ ਆਖੀਏ, ਬਹੁਤੇ ਲੋਕ ਬੰਦਗੀ ਨਾਲੋਂ ਟੁੱਟੇ ਹੋਏ ਆ, 99% ਨਾਮ ਸਿਮਰਨ ਨਾਲੋਂ ਟੁੱਟੇ ਹੋਏ ਆ। ਹੋਰ ਕਰਮ ਚੰਗੇ ਨੇ ਅਸੀਂ ਕਰਦੇ ਆ, ਸਮਾਜ ਸੁਧਾਰ ਦੀ ਗੱਲ, ਪਰਉਪਕਾਰ ਦੀ ਗੱਲ, ਸੇਵਾ ਦੀ ਗੱਲ, ਬਹੁਤ ਭਲੇ ਕਰਮ ਨੇ, ਪਰ ਅਸੀਂ ਅਸਲੀਅਤ ਨਾਲੋਂ ਅਜੇ ਟੁੱਟੇ ਹੋਏ ਆ। ਸੋ ਅਸਲੀਅਤ ਨਾਲ ਜੁੜਨ ਵਾਸਤੇ ਸਾਨੂੰ ਗੁਰੂ ਨਾਨਕ ਸਾਹਿਬ ਪ੍ਰੇਰਿਤ ਕਰਦੇ ਨੇ ਤੇ ਉਹ ਸਾਨੂੰ ਇਹ ਗੱਲ ਸਮਝਾ ਰਹੇ ਨੇ ਕਿ ਉਸ ਵਕਤ ਲੋਕ ਜਿਵੇਂ ਜਿਹੜਾ ਪੜ੍ਹਿਆ ਲਿਖਿਆ ਹੁੰਦਾ ਸੀ ਉਹ ਆਪਣੇ ਆਪ ਨੂੰ ਬਹੁਤ ਹਉਮੈ ਵਿੱਚ ਲੈ ਜਾਂਦਾ ਤੇ ਉਹਨੂੰ ਐਂ ਲੱਗਦਾ ਕਿ ਜਿਵੇਂ ਸਾਰੇ ਇਲਾਕੇ ਵਿੱਚੋਂ ਇੱਕੋ ਇੱਕ ਮੈਂ ਹੀ ਹਾਂ ਜਿਹੜਾ ਸਭ ਤੋਂ ਚੰਗਾ ਆਦਮੀ ਹਾਂ, ਕਿਉਂਕਿ ਮੈਂ ਪੜ੍ਹਿਆ ਲਿਖਿਆ ਹਾਂ। ਸੋ ਤੇਤਾ ਕੜਿਆ, ਉਹਨਾਂ ਉਹ ਦੁਖੀ ਹੋ ਰਿਹਾ ਹਉਮੈ ਵਿੱਚ। ਬਹੁ ਤੀਰਥ ਭਵਿਆ ਤੇਤੋ ਲਵਿਆ, ਬਹੁਤਿਆਂ ਤੀਰਥਾਂ ਉੱਤੇ ਜਿਹੜਾ ਮਨੁੱਖ ਭੌਂਦਾ ਫਿਰਿਆ, ਭਵਿਆ, ਤੇਤੋ ਲਵਿਆ। ਲਵਿਆ ਦਾ ਮਤਲਬ ਹੈ ਬਹੁਤਾ ਬੋਲਣਾ। ਹਾਂਜੀ, ਜਿਵੇਂ ਅਸੀਂ ਕਹਿੰਦੇ ਆ ਕਾਂ ਦੀ ਤਰ੍ਹਾਂ ਲੌਂ ਲੌਂ ਕਰਦਾ ਏ ਫਲਾਣਾ ਬੰਦਾ, ਸੋ ਉਸ ਨੂੰ ਲਵਿਆ ਆਖਦੇ ਨੇ। ਜਿੰਨਾ ਉਹ ਤੀਰਥਾਂ ਤੇ ਭੌਂਦਾ ਫਿਰਿਆ ਓਨਾ ਹੀ ਉਹ ਹੋਰ ਹੰਕਾਰੀ ਹੋਇਆ ਤੇ ਹੰਕਾਰ ਵਿੱਚ ਆ ਕੇ ਵੱਧ ਘੱਟ ਉਹ ਬੋਲਦਾ ਰਿਹਾ। ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਤੇ ਜਿਸ ਇਨਸਾਨ ਨੇ ਆਪਣੀ ਜ਼ਿੰਦਗੀ ਦੇ ਅੰਦਰ ਬਹੁਤ ਸਾਰੇ ਧਾਰਮਿਕ ਲਿਬਾਸ ਧਾਰਨ ਕੀਤੇ, ਉਹਨੇ ਓਨਾ ਹੀ ਆਪਣੀ ਦੇਹੀ ਨੂੰ ਦੁੱਖ ਦਿੱਤਾ। ਧਾਰਮਿਕ ਲਿਬਾਸਾਂ ਦੇ ਵਿੱਚ ਬਹੁਤ ਕੁਝ ਆਉਂਦਾ ਹੈ। ਕਈ ਲੋਕ ਜਿਵੇਂ ਕੱਪੜੇ ਪਾਉਂਦੇ ਹੀ ਨਹੀਂ, ਕਈ ਲੋਕ, ਕਈ ਨੇ ਬਾਬਾ ਰਾਮਦੇਵ, ਕਈ ਲੋਕ ਨੇ, ਇੱਕ ਨਹੀਂ ਬਹੁਤ ਸਾਰੇ ਲੋਕ ਨੇ ਕੱਪੜੇ ਨਹੀਂ ਪਾਉਂਦੇ। ਬਹੁਤ ਸਾਰੇ ਲੋਕ ਨੇ ਜਦੋਂ ਮੌਨ ਧਾਰਨ ਕਰਦੇ ਨੇ ਆਪਣੀ ਜੀਭ ਵਿੱਚ ਸੁਰਾਖ ਕਰਕੇ ਉਹਦੇ ਵਿੱਚ ਕਿੱਲ ਫਸਾ ਦਿੰਦੇ ਤਾਂ ਕਿ ਬੋਲਿਆ ਨਾ ਜਾ ਸਕੇ। ਬਹੁਤ ਸਾਰੇ ਲੋਕ ਨੇ, ਤੁਸੀਂ ਹਿੰਦੁਸਤਾਨ 'ਚ ਵੇਖਿਆ ਹੋਵੇਗਾ, ਉਹ ਕਾਮ ਵਾਸ਼ਨਾ ਤੋਂ ਆਪਣੇ ਆਪ ਨੂੰ ਉੱਚਾ ਉਠਾਉਣ ਦੀ ਖਾਤਰ ਇੰਦਰੀ ਵਿੱਚ ਸੁਰਾਖ ਕਰਕੇ ਉਹਦੇ ਸੰਗਲੀ ਪਾ ਦਿੰਦੇ ਨੇ, ਤੁਸੀਂ ਸ਼ਾਇਦ ਵੇਖੇ ਹੋਣਗੇ। ਸੋ ਇਹੋ ਜਿਹੇ ਕਿੰਨੇ ਕਰਮ ਲੋਕ ਕਰਦੇ ਨੇ ਜਿਹੜੇ ਧਰਮ ਦੇ ਨਾਂ ਹੇਠਾਂ ਕਰਮ ਕੀਤੇ ਜਾ ਰਹੇ ਨੇ। ਭੈਣ ਜੀ ਨੇ ਇੱਕ ਲਿੰਕ ਮੈਨੂੰ ਭੇਜਿਆ, ਮੈਂ ਵੇਖਿਆ, ਜਿਹੜਾ ਧਰਮ ਦੇ ਨਾਂ ਹੇਠਾਂ ਕਰਮ ਹੋ ਰਹੇ ਨੇ। ਛੋਟੇ ਛੋਟੇ 2-2 ਸਾਲ ਦੇ ਬੱਚਿਆਂ ਉੱਤੇ ਗਰਮ ਉਬਲਦਾ ਦੁੱਧ ਪਾ ਰਹੇ ਨੇ, ਉਬਲਦੀ ਖੀਰ ਉਹਨਾਂ ਦੇ ਉੱਤੇ ਲੇਪ ਕਰ ਰਹੇ ਨੇ, ਬੱਚੇ ਚੀਕਾਂ ਮਾਰ ਰਹੇ ਨੇ, ਤੇ ਉਹ ਕੀਤਾ ਜਾ ਰਿਹਾ ਹੈ ਕਿ
ਬੱਚੇ ਬਿਮਾਰ ਨਹੀਂ ਹੋਣਗੇ ਹਾਂ ਧਰਮ ਦੇ ਨਾਂ ਹੇਠਾਂ। ਇਹ ਕਰਮ ਕੀਤੇ ਜਾ ਰਹੇ ਨੇ। ਵਾਹਿਗੁਰੂ ਸੋ ਉਹ ਲਿੰਕ ਮੈਂ ਆਖਾਂਗਾ ਤੁਸੀਂ ਭੈਣ ਜੀ ਉਹਨਾਂ ਨੂੰ ਭੇਜਣਾ ਤੇ ਉਹ ਪੂਰੀ ਸਾਡੀ ਕਲਾਸ ਨੂੰ ਭੇਜ ਦੇਣਗੇ, ਸਾਰੇ ਵੇਖ ਲੈਣਾ ਤੁਸੀਂ। ਹਾਂਜੀ, ਜਿਹੜਾ ਭੇਜ ਸਕੇ ਅੱਗੇ ਭੇਜਣਾ ਕਿ ਧਰਮ ਦੇ ਨਾਂ ਹੇਠਾਂ, ਜਦੋਂ ਮੈਂ ਕਹਿੰਦਾ ਧਰਮ ਦੇ ਨਾਂ ਹੇਠਾਂ ਜਿਹੜੇ ਅਸੀਂ ਕਰਮ ਕਰਦੇ ਹਾਂ ਫਜ਼ੂਲ, ਇਹ ਕਈਆਂ ਨੂੰ ਗੁੱਸਾ ਆਉਂਦਾ ਹੈ ਭਈ ਧਰਮ ਦੇ ਨਾਂ ਹੇਠਾਂ ਕੀਤੇ ਜਾਣ ਵਾਲੇ ਕਰਮ ਕਿਵੇਂ ਫਜ਼ੂਲ ਹੋ ਸਕਦੇ। ਉਹਨੂੰ ਵੇਖੋਗੇ ਤੇ ਤੁਹਾਡੇ ਕੰਨ ਫਿਰ। ਸੋ ਇਹ ਧਰਮ ਦੇ ਨਾਂ ਹੇਠਾਂ ਕਰਮ ਕੀਤੇ ਜਾ ਰਹੇ ਨੇ ਜਿਹੜੇ ਕਿ ਮਨੁੱਖਤਾ ਲਈ ਹਾਨੀਕਾਰਕ ਨੇ। ਉਹ ਕਹਿੰਦੇ ਨੇ ਸਾਡਾ ਧਰਮ ਹੈ ਕੰਮ ਕਰਨਾ, ਧਰਮ ਹੈ। ਸੋ ਇਸ ਨੂੰ ਕਹਿੰਦੇ ਨੇ ਗੁਰੂ ਜੀ ਬਹੁ ਭੇਖ ਕੀ ਆ। ਇਸ ਗੱਲ ਨੂੰ ਕਹਿ ਰਹੇ ਨੇ, ਨਾ ਕਿ ਸਿਰਫ ਉੱਥੇ ਕੱਪੜੇ ਪਾਉਣ ਨੂੰ। ਕੱਪੜੇ ਪਾਉਣ ਦੀ ਗੱਲ ਵੀ ਗੁਰੂ ਸਾਹਿਬ ਨੇ ਕੀਤੀ ਹੈ ਕਿ ਤੂੰ ਲੋਕਾਂ ਨੂੰ ਵੱਖਰੇ ਕੱਪੜੇ ਵੀ ਨਾ ਪਾ। ਜਿਸ ਇਲਾਕੇ ਵਿੱਚ ਤੂੰ ਰਹਿ ਰਿਹਾ ਹੈ, ਜਿਸ ਉਸ ਇਲਾਕੇ ਦੇ ਵਸਨੀਕ ਜਿਹੋ ਜਿਹੇ ਕੱਪੜੇ ਪਾਉਂਦੇ ਨੇ ਤੂੰ ਉਹੋ ਜਿਹੇ ਪਾ। ਗੁਰੂ ਜੀ ਦੀ ਮੱਤ ਆ, ਕਿਉਂਕਿ ਭਾਈ ਸਾਹਿਬ ਨੇ, ਭਾਈ ਗੁਰਦਾਸ ਜੀ ਨੇ ਲਿਖਿਆ ਹੋਇਆ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਉਦਾਸੀ ਤੋਂ ਵਿਹਲੇ ਹੋਏ ਤੇ ਕਰਤਾਰਪੁਰ ਆ ਗਏ ਤੇ ਉਹਨਾਂ ਨੇ ਕਰਤਾਰਪੁਰ ਆ ਕੇ ਕਰਤਾਰਪੁਰ ਦੇ ਇਲਾਕੇ ਦੇ ਲੋਕਾਂ ਵਾਲੇ ਕੱਪੜੇ ਪਾਏ। ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਉੱਥੇ ਗੁਰੂ ਨਾਨਕ ਸਾਹਿਬ ਨੇ ਆ ਕੇ ਡੇਰਾ ਕੀਤਾ, ਭਾਵ ਉੱਥੇ ਰੁਕੇ ਉਹਨਾਂ ਨੇ ਆਪਣਾ ਆਸ਼ਰਮ ਜਾਂ ਜੋ ਵੀ ਉਹਨੂੰ ਨਾਂ ਦੇ ਲਓ, ਡੇਰਾ ਬਾਬਾ ਨਾਨਕ ਜਾਂ ਕਰਤਾਰਪੁਰ ਉਹਨਾਂ ਨੇ ਵਸਾਇਆ। ਤੇ ਉੱਥੇ ਫਿਰ ਉਹਨਾਂ ਨੇ ਜਿਹੋ ਜਿਹੇ ਉਸ ਇਲਾਕੇ ਦੇ ਲੋਕ ਕੱਪੜੇ ਪਾਉਂਦੇ ਸਨ, ਉਹੋ ਜਿਹੇ ਕੱਪੜੇ ਪਾ ਕੇ ਤੇ ਅੱਗੇ ਸਿੱਖੀ ਦਾ ਪ੍ਰਚਾਰ ਉਹਨਾਂ ਕੀਤਾ। ਸੋ ਅੱਜ ਸਾਡੇ ਲੋਕਾਂ ਨੂੰ ਇਸ ਗੱਲ ਤੇ ਵੀ ਇਤਰਾਜ਼ ਹੁੰਦਾ ਹੈ ਕਿ ਫਲਾਣੇ ਬੰਦੇ ਨੇ ਜਾਂ ਉਹ ਪ੍ਰਚਾਰਕ ਹੈ ਜਾਂ ਉਹ ਗ੍ਰੰਥੀ ਹੈ, ਜਰਾ ਉਹਨੇ ਇਹੋ ਜਿਹੇ ਕੱਪੜੇ ਕਿਉਂ ਪਾਏ, ਉਹਨੇ ਪੈਂਟ ਕਮੀਜ਼ ਕਿਉਂ ਪਾ ਲਿਆ, ਹੈ ਨਾ। ਸੋ ਕਿੱਥੇ ਅਸੀਂ ਖੜੇ ਹਾਂ? ਅਸੀਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਕਿੰਨੇ ਪਛੜੇ ਹੋਏ ਲੋਕ ਜੀ ਹਾਂ। ਮੱਕਾ ਮਦੀਨਾ ਗਏ ਨੇ ਤੇ ਉਹਨਾਂ ਨੇ ਸੇਲੀ ਟੋਪੀ ਪਾਈ, ਉਹੋ ਜਿਹੇ ਕੱਪੜੇ ਪਾਏ ਦਾਦੀਆਂ ਵਰਗੇ। ਬਿਲਕੁਲ। ਹਾਂ ਤੇ ਜਦੋਂ ਉਹ ਹਿੰਦੂ ਤੀਰਥਾਂ ਤੇ ਗਏ ਨੇ ਤੇ ਉਹ ਗੇਰਵੇ ਰੰਗ ਦੇ ਬਸਤਰ ਉਹਨਾਂ ਪਾਏ। ਸੋ ਕੱਪੜਿਆਂ ਦੀ ਗੱਲ ਨਹੀਂ, ਗੱਲ ਇਹ ਕਿ ਤੁਸੀਂ ਅੰਦਰੋਂ ਨਾਲ ਜੁੜੇ ਹੋ ਕਿ ਨਹੀਂ। ਕੱਪੜੇ ਬੇਸ਼ੱਕ ਤੁਸੀਂ ਦੁਨਿਆਵੀ ਪਾਓ ਤੇ ਜਿਸ ਇਲਾਕੇ ਵਿੱਚ ਰਹਿੰਦੇ ਹੋ, ਜਿਹੋ ਜਿਹੇ ਉੱਥੋਂ ਦੇ ਲੋਕ ਕੱਪੜੇ ਪਾਉਂਦੇ ਨੇ ਉਹੋ ਜਿਹੇ ਪਾਓ। ਤੁਸੀਂ ਕੋਈ ਬਹੁਤੇ ਵੱਖਰੇ ਨਹੀਂ ਹੋ ਬਾਕੀਆਂ ਨਾਲੋਂ, ਇੱਕੋ ਜਿਹੇ ਅਸੀਂ ਸਾਰੇ ਹਾਂ। ਤੇ ਸਾਰੇ ਇੱਕੋ ਜਿਹੇ ਹੋਣ ਦਾ ਮਤਲਬ ਹੈ ਕਿ ਅਸੀਂ ਸਾਰੇ ਦੇ ਸਾਰੇ ਵਾਹਿਗੁਰੂ ਜੀ ਦੀ ਔਲਾਦ ਹਾਂ, ਬੱਚੇ ਹਾਂ, ਤੇ ਸਾਨੂੰ ਸਾਰਿਆਂ ਨੂੰ ਇੱਕੋ ਜਿਹੇ ਬਣ ਕੇ ਰਹਿਣਾ ਚਾਹੀਦਾ ਹੈ। ਸਾਡੇ ਤੋਂ ਕੋਈ ਵੱਖਰਾ ਨਾ ਜਾਪੇ, ਸਾਡੇ 'ਚ ਵਖਰੇਵਾਂ ਆਵੇ ਹੀ ਨਾ। ਸੋ ਗੁਰੂ ਜੀ ਕਹਿ ਰਹੇ ਨੇ ਬਹੁ ਭੇਖ ਕੀਆ। ਇਹੋ ਜਿਹੇ ਭੇਖ ਜਿਹੜੇ ਦੇਹ ਨੂੰ ਦੁੱਖ ਦੇਣ ਵਾਲੇ, ਸਹੁਵੇ ਜੀਆ ਆਪਣਾ ਕੀਆ। ਇਹ ਜਿਹੜੇ ਅਸੀਂ ਜਿਨ੍ਹਾਂ ਲੋਕਾਂ ਨੇ ਇਹ ਧਾਰਮਿਕ ਨਾਂ, ਧਰਮ ਦੇ ਨਾਂ ਹੇਠਾਂ ਕੀਤੇ ਜਾਣ ਵਾਲੇ ਇਹੋ ਜਿਹੇ ਕਰਮ ਕੀਤੇ ਤੇ ਉਹ ਫਿਰ ਦੁਖੀ ਹੁੰਦੇ ਨੇ। ਸੋ ਉਹਨਾਂ ਨੂੰ ਹੁਣ ਉਹਨਾਂ ਦੇ ਜੀ ਨੂੰ ਆਪਣੇ ਹੀ ਕੀਤੇ ਹੋਏ ਕਰਮ ਦਾ ਦੁੱਖ ਜਿਹੜਾ ਹੈ ਉਹ ਸਹਿਣਾ ਪੈਂਦਾ ਹੈ। ਅੰਨ ਨਾ ਖਾਇਆ ਸਾਧ ਗਵਾਇਆ। ਫਿਰ ਕਈ ਲੋਕ ਨੇ ਜਿਹੜੇ ਅੰਨ ਵਗੈਰਾ, ਭੋਜਨ ਵਗੈਰਾ ਛੱਡ ਦਿੰਦੇ ਨੇ, ਉਹ ਖਾਂਦੇ ਨਹੀਂ ਤੇ ਉਹ ਕਹਿੰਦੇ ਨੇ ਅਸੀਂ ਨਿਰਾਹਾਰੀ ਹਾਂ, ਅਸੀਂ ਪੌਣਹਾਰੀ ਹਾਂ। ਅੰਦਰ ਵੜ ਕੇ ਕੀ ਖਾਂਦੇ ਨੇ ਮਾਲਕ ਜਾਣੇ, ਪਰ ਕਹਿੰਦੇ ਨੇ ਕਾਫੀ ਵਧੀਆ ਚੀਜ਼ਾਂ ਖਾਂਦੇ ਨੇ। ਵਧੀਆ ਚੀਜ਼ ਪਾਪੀ ਮਨ ਮੰਦਾ। ਸੋ ਅੰਨ ਨਾ ਖਾਇਆ ਤੇ ਜੀਭ ਦਾ ਸਵਾਦ ਵੀ ਗਵਾ ਲਿਆ, ਹਨਾ। ਬਹੁਤ ਦੁੱਖ ਪਾਇਆ ਦੂਜਾ ਪਾਇਆ। ਦੂਜੇ ਭਾਵ ਵਿੱਚ ਜੀਵਨ ਬਤੀਤ ਕੀਤਾ, ਭਾਵ ਪ੍ਰਭੂ ਦੀ ਬੰਦਗੀ ਨਾਲ ਉਹ ਟੁੱਟਾ ਰਿਹਾ ਤੇ ਇਸ ਤਰ੍ਹਾਂ ਉਹਨੇ ਆਤਮਕ ਦੁੱਖ ਸਹੇੜ ਲਿਆ, ਦੁੱਖ ਪ੍ਰਾਪਤ ਕੀਤਾ। ਬਸਤਰ ਨਾ ਪਹਿਰੈ। ਹੁਣ ਅੱਗੇ ਬਸਤਰ ਨਾ ਪਹਿਰੇ ਉਹਨਾਂ ਦੀ ਗੱਲ ਹੈ ਜਿਹੜੇ ਨਗਨ ਰਹਿੰਦੇ ਨੇ। ਅਹਨਿਸ ਕਹਿ ਰਹਿ, ਅਹਨਿਸ ਅਹ ਮੈਨੇ ਦਿਨ, ਨਿਸ ਮੈਨੇ ਰਾਤ। ਇਹ ਨਿਸ ਰਾਤ ਦਿਨੇ ਆਪਣੇ ਉੱਤੇ ਗਰਮੀ ਤੇ ਸਰਦੀ ਦਾ ਦੁੱਖ ਕਹਿਰ ਸਹਾਰਦਾ ਹੈ। ਗਰਮੀ, ਸਰਦੀ, ਬਰਸਾਤ ਹੋ ਰਹੀ ਏ, ਸਨੋ ਪੈ ਰਹੀ ਏ, ਕੁਝ ਹੋਰ ਹੋ ਰਿਹਾ ਹੈ ਤੇ ਉਹਨਾਂ ਚੀਜ਼ਾਂ ਦੇ ਕਹਿਰ ਨੂੰ ਯਾਨੀ ਦੁੱਖ ਨੂੰ ਰਾਤ ਦਿਨੇ ਆਪਣੇ ਉੱਤੇ ਸਹਿਣ ਕਰਦਾ, ਲੇਕਿਨ ਸਰੀਰ ਉੱਤੇ ਬਸਤਰ ਨਹੀਂ ਧਾਰਨ ਕਰਦਾ। ਫਿਰ ਮੌਨ ਵਿਗੂਤਾ, ਮੌਨ ਧਾਰਨ ਕਰ ਲਿਆ। ਸਾਡੀ ਸਿੱਖੀ ਦੇ ਅੰਦਰ ਗੁਰੂ ਨਾਨਕ ਸਾਹਿਬ ਕਿਆ ਸੋਹਣਾ ਕਹਿ ਰਹੇ ਨੇ, ਮੌਨ ਵਿਗੂਤਾ ਕਿਉਂ ਜਾਗਿਆ ਗੁਰਬਿਨ ਸੁੱਤਾ। ਪਰ ਸਿੱਖੀ ਵਿੱਚ ਇੱਕ ਸਾਡਾ ਥਾਂ ਹੈ ਹਜੂਰ ਸਾਹਿਬ, ਜਿੱਥੋਂ ਦਾ ਮੁਖੀ ਬੰਦਾ ਅੱਜ ਵੀ ਮੌਨੀ ਹੁੰਦਾ ਹੈ।
ਉਸ ਨੂੰ ਅੱਜ ਵੀ ਮੋਨੀ ਜੀ ਕਰਕੇ ਬੁਲਾਇਆ ਜਾਂਦਾ ਹੈ। ਓਕੇ, ਤੇ ਸਿੱਖ ਜਿਹੜੇ ਨੇ ਇਹ ਵਾਹਿਗੁਰੂ ਆਖ ਕੇ ਸੁੱਤੇ ਹੋਏ ਨੇ। ਅੱਜ-ਕੱਲ੍ਹ ਇਹਨਾਂ ਨੂੰ ਮੋਨੀ ਕੋਈ ਮੋਨੀ ਇਹਨਾਂ ਨੂੰ ਸਾਹਿਬ ਜਾਗ ਨਹੀਂ, ਕੋਈ ਇਹਨਾਂ ਦੀ ਸੁਰਤ ਨਹੀਂ ਕੰਮ ਕਰਦੀ। ਉੱਥੇ ਸ਼ਰੇਆਮ ਬੱਕਰੇ ਦੀ ਬਲੀ ਦਿੱਤੀ ਜਾ ਰਹੀ ਹੈ, ਜਦੋਂ ਕਿ ਸਿੱਖੀ ਬਲੀ ਦਾ ਵਿਰੋਧ ਕਰਦੀ ਹੈ। ਮੌਨ ਧਾਰਨ ਦਾ ਸਿੱਖੀ ਵਿਰੋਧ ਕਰਦੀ। ਉੱਥੋਂ ਦਾ ਪੁਜਾਰੀ, ਮੁਖੀ ਪੁਜਾਰੀ ਅੱਜ ਨਾਲ ਨਹੀਂ ਮੈਂ ਤੇ ਦੋ ਕੋਈ ਹੋ ਗਿਆ। ਮੈਂ ਗਿਆਨੀ ਹਰਭਜਨ ਸਿੰਘ ਜੀ ਉਹ ਅਕਾਲ ਚਲਾਣਾ ਕਰ ਗਏ ਨੇ। ਉਹਨਾਂ ਨੇ ਇੱਕ ਗੱਲ ਸੁਣਾਈ ਸੀ, ਤੇ ਉਹਨਾਂ ਗੱਲ ਕੀ ਸੁਣਾਈ ਵੀ ਉਹ ਕਿਤੇ ਉਧਰ ਸਾਊਥ ਵਿੱਚ ਹੀ ਗਏ ਸਨ, ਇੰਡੀਆ ਵਿੱਚ, ਤੇ ਉਹਨਾਂ ਨੂੰ ਕਿਸੇ ਮਹਾਂਪੁਰਸ਼, ਸੰਤ ਮਹਾਂਪੁਰਸ਼, ਕਿਸੇ ਰਿਸ਼ੀ ਮੁਨੀ ਦੇ ਆਸ਼ਰਮ ਵਿੱਚ ਜਾਣ ਦਾ ਮੌਕਾ ਮਿਲਿਆ। ਤੇ ਉੱਥੇ ਚਲੇ ਗਏ ਤੇ ਉਹਨਾਂ ਨੇ ਚਾਹਿਆ ਕਿ ਜਿਹੜੇ ਉੱਥੋਂ ਦੇ ਮੁਖੀ ਸੰਤ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾਏ ਤੇ ਵਿਚਾਰ ਵਟਾਂਦਰਾ ਕੀਤਾ ਜਾਏ। ਤੇ ਉਹ ਜਦੋਂ ਅੰਦਰ ਗਏ, ਉਹਨਾਂ ਨੇ ਜਾ ਕੇ ਉੱਥੋਂ ਦੇ ਕਿਸੇ ਸੇਵਕ ਨਾਲ, ਕਿਸੇ ਪੁਜਾਰੀ ਨਾਲ ਗੱਲਬਾਤ ਕੀਤੀ ਤੇ ਉਹਨਾਂ ਆਖਿਆ ਜਿਹੜੇ ਸਾਡੇ ਮੇਨ ਮਹਾਂਪੁਰਸ਼ ਨੇ ਇਸ ਆਸ਼ਰਮ ਦੇ, ਉਹਨਾਂ ਨੇ ਮੌਨ ਧਾਰਨ ਕੀਤਾ ਹੋਇਆ ਹੈ। ਉਹ ਅੱਜ ਕੱਲ ਗੱਲ ਨਹੀਂ ਕਰਦੇ ਤੇ ਉਹਨਾਂ ਨੇ ਪਤਾ ਨਹੀਂ 40 ਦਿਨ ਜਾਂ ਕਿੰਨੇ ਦਿਨ ਗੱਲ ਨਹੀਂ ਕਰਨੀ। ਤੇ ਉਹ ਕਹਿੰਦੇ ਵੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਅਸੀਂ ਤੇ ਕਾਫੀ ਦੂਰੋਂ ਆਏ ਸਾਂ ਤੇ ਸੋਚਿਆ ਸੀ ਕਿ ਜਿਹੜੇ ਇਸ ਆਸ਼ਰਮ ਨੂੰ ਚਲਾ ਰਹੇ ਨੇ ਮਹਾਂਪੁਰਸ਼, ਉਹਨਾਂ ਦੀ ਵਿਚਾਰਧਾਰਾ ਬੜੀ ਚੰਗੀ ਹੋਵੇਗੀ ਤੇ ਚਲੋ ਸਾਨੂੰ ਉਹਨਾਂ ਨਾਲ ਬਹਿ ਕੇ ਗੱਲਬਾਤ ਕਰਨੀ ਚਾਹੀਦੀ ਏ। ਤੇ ਫਿਰ ਸਾਡਾ ਤੇ ਬਹੁਤ ਨੁਕਸਾਨ ਹੋਇਆ, ਟਾਈਮ ਵੀ ਗਿਆ, ਸਾਡਾ ਪੈਸਾ ਵੀ, ਤੇ ਅਸੀਂ ਇੰਨਾ ਇੱਧਰ ਆਏ। ਤੇ ਉਹ ਕਹਿੰਦੇ ਵੀ ਇੱਕ ਗੱਲ ਹੋ ਸਕਦੀ ਏ ਵੀ ਕੀ ਜੇ ਕੋਈ ਤੁਹਾਡਾ ਸਵਾਲ ਏ ਤੇ ਤੁਸੀਂ ਲਿਖ ਕੇ ਦੇ ਦਿਓ, ਉਹ ਤੁਹਾਨੂੰ ਲਿਖ ਕੇ ਆਨਸਰ ਕਰ ਦੇਣਗੇ। ਤੇ ਉਹ ਕਹਿੰਦੇ ਨੇ ਵੀ ਅਸੀਂ ਇਹ ਸੋਚਿਆ ਵੀ ਜਿਹੜਾ ਬੰਦਾ ਲਿਖ ਕੇ ਆਨਸਰ ਕਰਦਾ ਹੈ ਉਹ ਅੰਦਰੋਂ ਬੋਲ ਰਿਹਾ ਹੈ, ਉਹ ਚੁੱਪ ਨਹੀਂ ਹੈ, ਹਨਾ। ਤੁਸੀਂ ਅੰਦਰੋਂ ਬੋਲਣ ਤੋਂ ਬਿਨਾਂ ਲਿਖ ਨਹੀਂ ਸਕਦੇ। ਜਿੰਨਾ ਚਿਰ ਤੁਹਾਡੇ ਅੰਦਰ ਉਹ ਫੁਰਨਾ ਨਹੀਂ ਉੱਠਦਾ, ਜ਼ਬਾਨ ਨਹੀਂ ਚਲਾਣੀ ਉਹਨਾਂ ਨੇ, ਸਿਰਫ ਉਹਨਾਂ ਜ਼ਬਾਨ। ਚਿਰ ਤੁਸੀਂ ਲਿਖ ਨਹੀਂ ਸਕਦੇ। ਤੇ ਅਸੀਂ ਇੱਕ ਕੁਐਸਚਨ ਸਿੰਪਲ ਜਿਹਾ ਲਿਖਿਆ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਸਾਂ, ਪਰ ਤੁਸੀਂ ਮੌਨ ਧਾਰਨ ਕੀਤਾ ਹੋਇਆ ਹੈ। ਬਸ ਇੰਨੀ ਗੱਲ ਲਿਖ ਕੇ ਅਸੀਂ ਉਹ ਕਾਗਜ਼ ਭੇਜਿਆ ਤੇ ਉਹਨਾਂ ਨੇ ਆਪਣੇ ਉਹਨੂੰ ਇਸ਼ਾਰਾ ਕੀਤਾ ਵੀ ਉਹਨਾਂ ਨੂੰ ਬੁਲਾ ਲਓ ਕੁਐਸਚਨ ਪੜ੍ਹ ਕੇ। ਤੇ ਉਹਨਾਂ ਨੂੰ ਲਿਖ ਕੇ ਉਹਨਾਂ ਨੇ ਦੱਸਿਆ ਕਿ ਇਹ ਮੇਰੀ ਮਜਬੂਰੀ ਹੈ। ਮਜਬੂਰੀ? ਮੋਨੀ ਬਾਬਾ ਨੇ ਕਿਹਾ ਮਜਬੂਰੀ ਕੀ ਹੈ ਕਿ ਉਹਦੇ ਜਿਹੜੇ ਸੇਵਕ ਨੇ, ਉਹਦੇ ਚਾਰ ਚੁਫੇਰੇ ਦੁਆਲੇ ਉਹਦੇ, ਉਹ ਕਹਿ ਰਹੇ ਨੇ ਉਹਨੂੰ ਕਿ ਫਲਾਣੇ ਆਸ਼ਰਮ ਦੇ ਮੁਖੀ ਗੁਰੂ ਜੀ ਨੇ ਇੰਨਾ ਚਿਰ ਮੌਨ ਧਾਰਨ ਕੀਤਾ ਤੇ ਉਹਦੀ ਅਵਸਥਾ ਉੱਥੇ ਪਹੁੰਚ ਗਈ, ਤੂੰ ਕਿਉਂ ਨਹੀਂ ਕਰਦਾ? ਕੰਪੀਟੀਸ਼ਨ। ਮਤਲਬ ਇੱਕ ਗੱਲ ਨਹੀਂ ਹੈ, ਇਸ ਦੁਨੀਆ ਵਿੱਚ ਧਰਮ ਦੇ ਨਾਂ ਹੇਠਾਂ ਕੀ ਕੀ ਹੋ ਰਿਹਾ ਹੈ। ਉਹ ਕਹਿੰਦੇ ਅਸੀਂ ਉਹਨੂੰ ਇਹ ਗੱਲ ਆਖੀ ਕਿ ਦੇਖ ਬਾਬਾ, ਤੂੰ ਮੌਨ ਧਾਰਿਆ, ਧਾਰੀ ਰੱਖ, ਅਸੀਂ ਤੈਨੂੰ ਬੁਲਾਉਂਦੇ ਨਹੀਂ ਆ, ਪਰ ਤੂੰ ਕੰਨਾਂ ਨਾਲ ਸਾਡੀ ਗੱਲ ਤੇ ਸੁਣ ਹੀ ਰਿਹਾ ਹੈ ਤੇ ਤੂੰ ਅੰਦਰੋਂ ਜ਼ਰੂਰ ਉਹਦਾ ਆਨਸਰ ਵੀ ਨਾਲ ਦੀ ਨਾਲ ਹੀ ਕਰਦਾ ਰਹੇਗਾ। ਤੂੰ ਬੋਲ ਹੀ ਰਿਹਾ ਹੈ, ਬੋਲੇਗਾ, ਜ਼ੁਬਾਨ ਤੋਂ ਹੀ ਨਹੀਂ ਬੋਲੇਗਾ, ਪਰ ਤੂੰ ਬੋਲ ਰਿਹਾ ਹੈ। ਪਰ ਤੂੰ ਮਾਨਵਤਾ ਦਾ ਜ਼ਿਆਦਾ ਫਾਇਦਾ ਕਰ ਸਕਦਾ ਹੈ ਜੇ ਤੂੰ ਬੋਲਦਾ ਹੁੰਨੂੰ। ਜੇ ਤੂੰ ਚੁੱਪ ਕਰਕੇ ਤੂੰ ਰੱਬ ਨਾਲ ਵੀ ਜੁੜਿਆ ਹੋਵੇਂ ਤੇ ਮਾਨਵਤਾ ਨੂੰ ਕੀ ਲਾਭ ਹੈ ਉਹਦਾ? ਸਮੁੱਚੀ ਮਾਨਵਤਾ ਨੂੰ ਤੇਰੇ ਇਸ ਮੌਨ ਧਾਰਨ ਦਾ, ਤੇਰੇ ਸਾਧੂ ਹੋਣ ਦਾ, ਤੇਰੇ ਇਸ ਆਸ਼ਰਮ ਦੇ ਮੁਖੀ ਹੋਣ ਦਾ ਇੱਕ ਨਵੇਂ ਪੈਸੇ ਦਾ ਲਾਭ ਨਹੀਂ। ਸੋ ਉਹ ਗੱਲ ਸਮਝ ਗਿਆ ਤੇ ਉਹਨੇ ਸਾਨੂੰ ਕਹਿੰਦਾ ਕਿ ਲਿਖ ਕੇ ਗੱਲ ਆਖੀ ਕਿ ਇਸ ਤੋਂ ਬਾਅਦ ਮੈਂ ਕਦੀ ਮੌਨ ਧਾਰਨ ਨਹੀਂ ਕਰਾਂਗਾ। ਕਹਿੰਦਾ ਇਸ ਤੋਂ ਬਾਅਦ ਕਦੀ ਮੌਨ ਧਾਰਨ ਨਹੀਂ ਕਰਾਂਗਾ। ਸੋ ਉਹਨਾਂ ਨੇ ਜਵਾਬ ਦੇ ਦਿੰਦਾ ਵਿਚਾਰਿਆਂ ਨੂੰ ਜਿਹੜੇ ਆਏ ਸੀ ਅੱਡੀ ਦੂਰੋਂ। ਮੌਨ ਵਿਗੁਤਾ ਦੁਖੀ ਹੋਇਆ, ਖੱਜਲ ਖੁਆਰ ਹੋਇਆ। ਵਿਗੁਤਾ ਦਾ ਮਤਲਬ ਖੁਆਰ ਹੋਣਾ। ਕਿਉਂ ਜਾਗੈ ਗੁਰ ਬਿਨ ਸੁੱਤਾ? ਇਹ ਮਤਲਬ ਧਾਰਮਿਕ ਕਰਮਾਂ ਵਿੱਚ ਮਨੁੱਖ ਸੁੱਤਾ ਹੋਇਆ ਹੈ। ਗੁਰੂ ਤੋਂ ਬਿਨਾਂ ਇਹ ਕਿਵੇਂ ਜਾਗ ਸਕਦਾ ਹੈ? ਯਾਨੀ ਸੰਸਾਰ ਦੇ ਅੰਦਰ ਜੇ ਕੋਈ ਸੱਚਾ ਗੁਰੂ ਹੈ ਤੇ ਉਸ ਸੱਚੇ ਗੁਰੂ ਨੇ ਮਨੁੱਖਤਾ ਨੂੰ ਹਮੇਸ਼ਾ ਜਗਾਇਆ ਹੈ, ਚਾਹੇ ਉਹ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਆਏ ਹੋਣ ਤੇ ਚਾਹੇ ਉਹ ਕੋਈ ਬਾਅਦ ਵਿੱਚ ਆਵੇ। ਇੱਕ ਗੱਲ ਵੱਖਰੀ ਹੈ ਕਿ ਸਿੱਖਾਂ ਨੂੰ ਹੁਣ ਗੁਰੂ ਲੱਭਣ ਦੀ ਲੋੜ ਨਹੀਂ, ਕਿਉਂਕਿ ਸਾਨੂੰ ਗੁਰੂ ਜੀ ਨੇ ਸ਼ਬਦ ਗੁਰੂ ਦੇ ਲੜ ਲਾ ਦਿੱਤਾ। ਲੇਕਿਨ ਦੁਨੀਆ ਦੇ ਵਿੱਚ ਗੁਰੂ ਹਮੇਸ਼ਾ ਰਹਿੰਦਾ ਹੈ, ਇਹਦੇ ਮੈਨੂੰ ਕੋਈ ਸ਼ੱਕ ਨਹੀਂ। ਗੁਰੂ ਉਸ ਨੂੰ ਕਹਿੰਦੇ ਨੇ ਜਿਹੜਾ ਆਪ ਜੁੜਿਆ ਤੇ ਦੂਜਿਆਂ ਨੂੰ ਜੋੜਦਾ ਹੈ। ਇੰਨੀ ਕੀ ਗੱਲ ਏ। ਹੋਰ ਗੁਰੂ
ਸਾਡੇ ਸਰੀਰ ਵਰਗਾ ਹੀ ਸਰੀਰ ਗੁਰੂ ਦਾ ਹੁੰਦਾ ਹੈ, ਦਾ ਅੰਧੇਰਾ ਜਿਹਦੇ ਤੋਂ ਉੱਠ ਗਿਆ। ਜਿਹਦੇ ਤੋਂ ਉੱਠ ਗਿਆ ਤੇ ਜਿਹੜਾ ਆਪ ਗਿਆਨ ਦੇ ਪ੍ਰਕਾਸ਼ ਵਿੱਚ ਜਿਉਂਦਾ ਹੈ ਤੇ ਦੂਜਿਆਂ ਨੂੰ ਉਸ ਪ੍ਰਕਾਸ਼ ਵਿੱਚ ਲਿਜਾਣ ਦੀ ਸਮਰੱਥਾ ਰੱਖਦਾ ਹੈ, ਉਹ ਗੁਰੂ ਹੈ ਨਾ। ਸੋ ਸਾਨੂੰ ਕਿਸੇ ਦੇ ਗੁਰੂ ਦੀ ਨਿੰਦਾ ਨਹੀਂ ਕਰਨੀ ਚਾਹੀਦੀ, ਸਗੋਂ ਮੈਂ ਇਹ ਕਹਿਣਾ ਚਾਹਾਂਗਾ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਮਾਨਵਤਾ ਸਾਡੇ ਗੁਰੂ ਜੀ ਦਾ ਸਤਿਕਾਰ ਕਰੇ ਤੇ ਸਾਨੂੰ ਚਾਹੀਦਾ ਸੀ ਬਾਕੀ ਲੋਕਾਂ ਦੇ ਗੁਰੂਆਂ ਦਾ ਸਤਿਕਾਰ ਕਰੀਏ, ਬਾਕੀ ਲੋਕਾਂ ਨੂੰ ਕੀ ਕਰੀਏ? ਬਾਕੀ ਲੋਕਾਂ ਦੇ ਗੁਰੂਆਂ ਦਾ ਸਤਿਕਾਰ ਕਰੀਏ। ਅਸੀਂ ਕਰਦੇ ਨਹੀਂ ਆ, ਅਸੀਂ ਬਾਕੀ ਲੋਕਾਂ ਦੇ ਗੁਰੂਆਂ ਦੀ ਹਮੇਸ਼ਾ ਨਿੰਦਿਆ ਕਰਦੇ ਆ, ਸਟੇਜਾਂ ਤੋਂ ਵੀ ਕਰਦੇ ਆ ਤੇ ਆਮ ਬੋਲ ਚਾਲ ਵਿੱਚ ਵੀ ਕਰਦੇ ਆ। ਸਾਨੂੰ ਬਾਕੀ ਲੋਕਾਂ ਦੇ ਗੁਰੂਆਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਜੇ ਅਸੀਂ ਚਾਹੁੰਦੇ ਕੀਤਾ ਹੀ ਹੋਇਆ ਹੈ। ਸੋ ਮੋਨ ਵਿਗੂਤਾ ਕਿਉਂ ਜਾਗੈ ਗੁਰ ਬਿਨ ਸੁਤਾ, ਅੱਗੇ ਸੀ ਪੱਗ ਉਪੇ ਤਾਣਾ, ਪੈਰਾਂ ਤੋਂ ਜੁੱਤੀ ਲਾ ਦੇਣੀ ਤੇ ਨੰਗੇ ਤੁਰੇ ਫਿਰਨਾ, ਪੈਰਾਂ ਤੋਂ ਨੰਗੇ। ਆਪਣਾ ਕੀਆ ਕਮਾਣਾ, ਆਪਣਾ ਕੀਤਾ ਹੋਇਆ ਕਮਾਉਣਾ ਭਾਵ ਦੁੱਖ ਪ੍ਰਾਪਤ ਕਰਨਾ। ਜਦੋਂ ਨੰਗੇ ਪੈਰੀਂ ਕੋਈ ਤੁਰਦਾ ਜ਼ਰੂਰੀ ਹੈ ਕਿ ਠੇਡੇ ਵੱਜਣਗੇ, ਠੋਕਰਾਂ ਲੱਗਣਗੀਆਂ, ਕੰਡੇ ਚੁਭਣਗੇ, ਤੇ ਉਹ ਆਪਣਾ ਕੀਤਾ ਆਪ ਹੀ ਕਮਾਉਂਦਾ ਬੰਦਾ ਭਾਵ ਦੁੱਖ ਪਾਉਂਦਾ ਹੈ। ਆਲ ਮਲ ਖਾਈ ਸਿਰ ਛਾਈ ਪਾਈ, ਆਲ ਮਲ ਖਾਈ ਤੋਂ ਮਤਲਬ ਠੀਕ ਤਰ੍ਹਾਂ ਦਾ ਭੋਜਨ ਨਾ ਖਾਣਾ ਤੇ ਲੋਕਾਂ ਦੀ ਜੂਠ ਵਿੱਚੋਂ ਲੱਭ ਕੇ ਜਾਂ ਇਹੋ ਜੀਆਂ ਥਾਵਾਂ ਤੋਂ ਜਿੱਥੇ ਗੰਦਾ ਮੰਦਾ ਲੋਕਾਂ ਨੇ ਰੂੜੀਆਂ ਆਦਿਕ ਤੇ ਸੁੱਟਿਆ ਹੋਇਆ ਹੈ ਫੂਡ, ਉੱਥੋਂ ਚੁੱਕ ਕੇ ਖਾ ਲੈਣਾ ਤੇ ਗੁਜ਼ਾਰਾ ਕਰਨਾ ਆਪਣਾ, ਤੇ ਵੀ ਮੈਂ ਹੁਣ ਧਰਮ ਦੀ ਕਿਰਤ ਛੱਡ ਦਿੱਤੀ ਹੈ ਤੇ ਮੈਂ ਮੰਗ ਕੇ ਨਹੀਂ ਖਾਂਦਾ, ਲੇਕਿਨ ਮੈਂ ਇਹੋ ਜਿਹੀਆਂ ਥਾਵਾਂ ਤੋਂ ਚੁੱਕ ਕੇ ਖਾ ਲੈਣਾ। ਵੀ ਜੇ ਖਾਣਾ ਹੀ ਹੈ ਵੀ ਤੂੰ ਬੰਦਿਆ ਕੰਮ ਕਰਕੇ ਖਾ, ਹਨਾ। ਸੋ ਖਾਣ ਤੋਂ ਬਿਨਾਂ ਤੇ ਗੁਜ਼ਾਰਾ ਹੁੰਦਾ ਹੀ ਨਹੀਂ। ਖਾਣਾ ਹੈ ਆ ਲੇਕਿਨ ਇਸ ਤਰ੍ਹਾਂ ਇਸ ਢੰਗ ਨਾਲ ਖਾ ਲੈਣਾ ਹੈ। ਤੇ ਗੁਰੂ ਜੀ ਕਹਿੰਦੇ ਨੇ ਕਿ ਇਹੋ ਜਿਹਾ ਤੇਰਾ ਖਾਣਾ ਤਿਰਕਾਰ ਹੈ ਤੈਨੂੰ ਤੇ ਤੇਰੇ ਖਾਣੇ ਨੂੰ। ਸਿਰ ਛਾਈ ਪਾਈ, ਕਈਆਂ ਨੇ ਸਿਰ 'ਚ ਸੁਆਹ ਪਾ ਲਈ ਹੁੰਦੀ ਹੈ, ਸਿਰ ਦੇ ਵਿੱਚ ਰਾਖ ਪਾਈ ਹੁੰਦੀ ਹੈ ਤੇ ਆਪਣੇ ਪਿੰਡੇ ਤੇ ਵੀ ਮਲੀ ਹੁੰਦੀ ਹੈ। ਹਾਂਜੀ ਹਾਂਜੀ, ਉਹ ਬਣਾ ਲੈਂਦੇ ਨੇ, ਉਹ ਬਣਾ ਲੈਂਦੇ ਨੇ। ਸੋ ਟਾਈਮ ਕੀ ਹੋ ਗਿਆ ਹੈ, ਟਾਈਮ ਕੀ ਹੋ ਗਿਆ ਹੈ ਤੇ ਬਸ ਕਰੀਏ ਕਿ ਇੱਥੇ ਠੀਕ ਹੈ। ਨਹੀਂ ਇੱਥੇ ਖਤਮ ਕਰੋ। ਨਾ ਫਿਰ ਥੋੜਾ ਜਿਹਾ ਰਹਿ ਜਾਏਗਾ ਨਾ ਪੌੜੀ 'ਚ, ਫਿਰ ਦੈਟਸ ਆਲ, ਕੋਈ ਗੱਲ ਨਹੀਂ। ਅਗਲਾ ਫਿਰ ਅਸੀਂ ਇੰਨੀ ਆ ਸ਼ਲੋਕ ਤੇ ਅਗਲੀ ਪੌੜੀ ਫਿਰ ਅਗਲੀ ਕਲਾਸ 'ਚ ਕਰ ਲਾਂਗੇ। ਠੀਕ ਹੈ। ਸੋ ਅਸੀਂ ਇੱਥੋਂ ਤੱਕ ਅੱਜ ਕਰ ਲੈਨੇ। ਆਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੈ ਪੱਤ ਗਵਾਈ। ਇਸ ਤਰ੍ਹਾਂ ਅਗਿਆਨੀ ਮਨੁੱਖ ਨੇ ਆਪਣੀ ਜਿਹੜੀ ਇੱਜ਼ਤ ਏ ਉਹ ਸੰਸਾਰ ਦੇ ਵਿੱਚ ਗਵਾ ਲਈ, ਭਾਵ ਨਾ ਆਪਣੇ ਉਹਨੂੰ ਸਰੀਰ ਦੀ ਸੋਝੀ ਰਹੀ, ਨਾ ਆਤਮਾ ਦੀ ਸੋਝੀ ਰਹੀ, ਨਾ ਪਰਮਾਤਮਾ ਨਾਲ ਕਿਵੇਂ ਮਿਲਣਾ ਹੈ ਤੇ ਨਾ ਮਨੁੱਖਤਾ ਨੂੰ ਨਾਲ ਲੈ ਕੇ ਪ੍ਰਮਾਤਮਾ ਤੱਕ ਅਸੀਂ ਕਿਵੇਂ ਪਹੁੰਚਣਾ ਹੈ, ਅਸੀਂ ਸਤ ਸੰਗਤ ਕਿਵੇਂ ਕਾਇਮ ਕਰਨੀ ਹੈ, ਇਹ ਸਾਰੀਆਂ ਚੀਜ਼ਾਂ ਉਹਦੀਆਂ ਪਿੱਛੇ ਹੀ ਰਹਿ ਗਈਆਂ। ਸੋ ਇੱਥੋਂ ਤੱਕ ਅਸੀਂ ਅੱਜ ਕੀਤਾ, ਅੱਗੇ ਫਿਰ ਅਸੀਂ ਪੌੜੀ ਤੇ ਅੱਧਾ ਸ਼ਲੋਕ ਅਗਲੀ ਕਥਾ ਆਪਣੀ ਕਲਾਸ ਵਿੱਚ ਕਰ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।